ਸਤਿ ਸ਼੍ਰੀ ਅਕਾਲ। ਲੋਕਰਣ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਪਰਮਿੰਦਰ ਜੀ ਵੈਲਕਮ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਗੁਰਜਿੰਦਰ ਜੀ। ਜੀ ਦੋਸਤੋ, ਪ੍ਰਸ਼ਾਸਨ ਦਾ ਤੇ ਕਿਸਾਨਾਂ ਦਾ ਟਕਰਾਅ ਸਿਖਰ ਤੇ ਹੈ। ਲੰਬੀ ਦੇ ਵਿੱਚ ਜੋ ਹਾਲਾਤ ਬਣੇ, ਮੁਆਵਜ਼ਾ ਮੰਗ ਰਹੇ ਸੀ, ਉਸ ਤੇ ਜੋ ਲਾਠੀਚਾਰਜ ਕੀਤਾ ਗਿਆ, ਉਹਨੂੰ ਲੈ ਕੇ ਕਿਸਾਨ ਪੱਕਾ ਧਰਨਾ ਲਾ ਕੇ ਬਹਿ ਗਏ। ਦੂਜੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਨੇ। ਧਰਨਾ ਭਾਵੇਂ ਮੁਲਤਵੀ ਕਰ ਦਿੱਤਾ ਗਿਆ, ਪਰ ਉਹ ਗੁੱਸੇ 'ਚ ਨੇ। ਕਹਿੰਦੇ ਕਿਸਾਨ ਜਥੇਬੰਦੀਆਂ ਦਾ ਜੋ ਰੂਲ ਹੈ ਉਹ ਸਾਨੂੰ ਫਿੱਟ ਨਹੀਂ, ਸਾਨੂੰ ਤੰਗ ਕਰਦੇ ਨੇ, ਇੱਥੇ ਧਮਕਾਉਂਦੇ ਨੇ ਸਾਨੂੰ ਆ ਕੇ। ਦੂਜੇ ਪਾਸੇ ਰਕੇਸ਼ ਟਿਕੈਤ ਉਹ ਧਰਨੇ ਤੇ ਬੈਠੇ ਨੇ, ਉਹਨਾਂ ਦਾ ਆਪਣਾ ਮਾਮਲਾ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕੇਂਦਰ ਸਰਕਾਰ ਲਗਾਤਾਰ ਪੰਜਾਬ ਨੂੰ ਆਪਣੇ ਗਲਵੇ ਥੱਲੇ ਲੈਣ ਜਾ ਰਹੀ ਹੈ, ਇੱਕ ਹੋਰ ਉਹਨਾਂ ਦਾ ਐਸਾ ਕਾਨੂੰਨ ਹੈ ਜਿਹਨੂੰ ਪੰਜਾਬ ਲਈ ਖਤਰਾ ਮਹਿਸੂਸ ਹੁੰਦਾ। ਕੀ ਹੈ ਉਹ, ਉਹਦੇ ਤੇ ਅੱਗੇ ਜਾ ਕੇ ਅਸੀਂ ਗੱਲਬਾਤ ਕਰਾਂਗੇ। ਪਰ ਪ੍ਰਸ਼ਾਂਤ ਕਿਸ਼ੋਰ ਕਹਿੰਦੇ ਨੇ ਕਿ ਹਾਲਾਤ ਭਾਵੇਂ ਕੁਝ ਵੀ ਰਹਿਣ, ਬੀਜੇਪੀ ਸੌਖੀ ਜੀ ਸੱਤਾ ਤੋਂ ਬਾਹਰ ਜਾਣ ਵਾਲੀ ਨਹੀਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਹਿਣ ਭਾਵੇਂ ਨਾ ਰਹਿਣ, ਤੇ ਨਾ ਹੀ ਆਮ ਆਦਮੀ ਪਾਰਟੀ ਕੋਈ ਨੈਸ਼ਨਲ ਪਾਰਟੀ ਬਣ ਕੇ ਦੇਸ਼ ਪੱਧਰ ਦੇ ਉੱਤੇ ਉੱਭਰੂਗੀ। ਇਹਨਾਂ ਗੱਲਾਂ ਨਾਲ ਚਰਚਾ ਕਰਾਂਗੇ ਪਰਮਿੰਦਰ ਜੀ ਨਾਲ। ਪਰਮਿੰਦਰ ਜੀ, ਸਭ ਤੋਂ ਪਹਿਲਾਂ ਕਿਸਾਨਾਂ ਦਾ ਤੇ ਪ੍ਰਸ਼ਾਸਨ ਦਾ ਟਕਰਾਅ ਹੈ ਲੰਬੀ ਦੇ ਵਿੱਚ। ਦੇਖੋ, ਜਿਹੜਾ ਮਸਲਾ ਸੀ, ਜੇ ਆਪਾਂ ਉਸਨੂੰ ਵਿਚਾਰ ਕਰਦੇ ਹਾਂ ਕਿ ਬੰਦੀ ਬਣਾਇਆ ਗਿਆ ਜਾਂ ਕੋਈ ਬੰਧਕ ਬਣਾ ਲਿਆ ਜਾਂ ਅੰਦਰ ਬੰਦ ਰੱਖਿਆ 8-9 ਘੰਟੇ, ਤਹਿਸੀਲਦਾਰ ਜਾਂ ਕਹਿ ਲਓ ਅਮਲਾ, ਕੋਈ ਵੀ ਕਹਿ ਲਓ, ਤਾਂ ਉਹਦੇ ਇਸ ਘਟਨਾ ਦੇ ਵਿਰੋਧ 'ਚ ਆ ਗਏ ਪਟਵਾਰੀ, ਆ ਕੇ ਖੜ ਗਏ ਤੇ ਉੱਥੇ ਕਿਸਾਨਾਂ ਦੇ ਉੱਤੇ ਚਲੋ ਲਾਠੀ ਚਾਰਜ ਕੀਤਾ, ਉਹਨਾਂ ਨੂੰ ਰਿਹਾ ਕਰਵਾਇਆ ਗਿਆ ਜਿੱਦਾਂ ਵੀ ਹੈਗਾ ਸੀਗਾ। ਇਹ ਸਾਰੇ ਘਟਨਾਕ੍ਰਮ ਜੋ ਵੀ ਕੁਝ ਵਾਪਰਿਆ, ਇਹਦੇ ਪਿੱਛੇ ਜੇ ਆਪਾਂ ਵੈਸੇ ਇੱਕ ਛੋਟਾ ਜਿਹਾ ਮਤਲਬ ਕਿਸੇ ਵੀ ਆਮ ਬੰਦੇ ਤੋਂ ਵੈਸੇ ਜਿੱਦਾਂ ਕੋਈ ਜਿਹਨੂੰ ਵਿਚਾਰੇ ਨੂੰ ਬਹੁਤੀ ਨੌਲੇਜ ਨਹੀਂ ਹੁੰਦੀ, ਬਹੁਤਾ ਜ਼ਿਆਦਾ ਫਿਰਿਆ ਤੁਰਿਆ ਨਹੀਂ ਹੁੰਦਾ ਜਾਂ ਸਿਰਫ ਆਪਣੇ ਕੰਮਾਂ ਤੱਕ ਸੀਮਿਤ, ਉਹਨੂੰ ਵੀ ਪੁੱਛ ਲਈਏ ਨਾ, ਤਾਂ ਉਹਦਾ ਕਾਰਨ ਇਹੀ ਨਿਕਲਦਾ ਹੈ ਕਿ ਇਹ ਜਿਹੜੀ ਇਸ ਤਰ੍ਹਾਂ ਦੀ ਆਫਿਸਰ ਲੌਬੀ ਸੀ। ਸਾਰੇ ਨਹੀਂ ਆਪਾਂ ਵਿੱਚ ਕਹਿ ਸਕਦੇ ਕਿ ਸਾਰੇ ਬੰਦੇ ਬੜੇ ਕਰਪਟ ਨੇ ਜਾਂ ਉਹ। ਕੁਛ ਆਫਿਸਰ ਲੌਬੀ ਹੇਠਲੇ ਕਰਮਚਾਰੀ ਜਾਂ ਮੁਲਾਜ਼ਮਾਂ ਨਾਲ ਮਿਲ ਕੇ ਜਿਹੜੇ ਬੰਦੇ ਪਰੇਸ਼ਾਨ ਕਰਦੇ ਨੇ ਨਾ, ਚਾਹੇ ਰਜਿਸਟਰੀਆਂ ਕਰਨੀਆਂ ਹੋਣ, ਚਾਹੇ ਇੰਤਕਾਲ ਹੋਣ, ਜਾਂ ਹੋਰ ਜ਼ਮੀਨਾਂ ਦਾ ਕੋਈ ਗੁਰਦੌਰੀ ਦਾ ਕੰਮ ਹੈ, ਕੋਈ ਮਿਣਤੀ ਦਾ, ਕਿਸੇ ਤਰ੍ਹਾਂ ਦੇ ਕੋਈ ਮੁਆਵਜ਼ੇ ਦਾ, ਕੋਈ ਵੀ ਕੰਮ ਕਿਸੇ ਤਰ੍ਹਾਂ ਨਾਲ ਜ਼ਮੀਨ ਦੀ ਜਾਇਦਾਦ ਨਾਲ ਸੰਬੰਧਿਤ ਕੰਮ ਹੈ ਕੋਈ ਆ, ਉਹਨਾਂ ਦੇ ਵਿੱਚ ਇਹਨਾਂ ਨੇ ਨਾ ਤਾਂ ਇਹ ਆਫਿਸਰ, ਆਪਾਂ ਵੈਸੇ ਗੱਲ ਕਰਦੇ ਕਿ ਨਾ ਤਾਂ ਇਹ ਆਫਿਸਰ ਟਾਈਮ ਤੇ ਆਪਣੇ ਦਫ਼ਤਰਾਂ 'ਚ ਬੈਠਦੇ ਨੇ, ਨਾ ਹੀ ਪੈਸੇ ਬਿਨਾਂ ਉੱਥੇ ਕੰਮ ਹੁੰਦਾ, ਔਰ ਰਲੇ ਮਿਲੇ ਸਾਰੇ ਪਟਵਾਰੀ ਕਾਨੂੰਨ ਤੋਂ ਲੈ ਕੇ ਸਿਰੇ ਤੱਕ ਹੁੰਦੇ ਨੇ। ਬਿਲਕੁਲ, ਜੇ ਆਫਿਸਰ ਠੀਕ ਹੋਵੇ, ਆਫਿਸਰ ਬੈਠਾ ਹੋਵੇ, ਤੇ ਮਜਾਲ ਹੈ ਕੋਈ ਪਟਵਾਰੀ ਜਾਂ ਕਾਨੂੰਗੋ ਜਾਂ ਕਿਸੇ ਤਰ੍ਹਾਂ ਦਾ ਹੋਰ ਇਸ ਤਰ੍ਹਾਂ ਦਾ ਕੋਈ ਜਿਹੜਾ ਮੁਲਾਜ਼ਮ ਹੈ ਜਾਂ ਕਰਮਚਾਰੀ ਹੈ, ਉਹ ਕੋਈ ਗਲਤ ਕੰਮ ਕਰੇ ਜਾਂ ਲੰਬਿਤ ਕਰੇ ਕੰਮ ਨੂੰ, ਮਤਲਬ ਲਟਕਾਵੇ। ਇੱਥੋਂ ਤੱਕ ਕਿ ਜਿਹੜੇ ਰਜਿਸਟਰੀਆਂ ਲਿਖਣ ਵਾਲੇ ਬੈਠੇ ਨੇ ਉਹ, ਠੀਕ ਹੈ, ਉਹ ਵੀ ਅੱਗੇ ਕਹਿੰਦੇ ਨੇ ਜਲਦੀ ਕਰਾਉਣੀ ਹੈ ਰਜਿਸਟਰੀ ਨੇ, ਪੈਸੇ ਦਿਓ, ਹੁਣੀ ਹੋ ਜੂਗੀ, ਨਹੀਂ ਤਾਂ 3 ਵਜੇ ਤੋਂ ਬਾਅਦ ਹੋਊਗੀ। ਉਹਨਾਂ ਦੀ ਸਿੱਧੀ ਗੱਲ ਹੁੰਦੀ ਹੈ ਨਾ ਤਹਿਸੀਲਦਾਰ ਦਫ਼ਤਰ ਦੇ ਵਿੱਚ। ਉਹੀ ਗੱਲ ਕਰਦਾ ਮੈਂ, ਇਹ ਐਵੇਂ ਕਿਵੇਂ ਕੋਈ ਕਿਸੇ ਨੂੰ ਜਾ ਕੇ ਧਮਕਾ ਦੂਗਾ। ਜਿਹੜੀ ਗੱਲ ਤੁਸੀਂ ਕਰਦੇ ਹੋ, ਇਹਨਾਂ ਨੂੰ ਪੁੱਛੋ। ਪਟਵਾਰੀ ਪਹਿਲੀ ਤਾਂ ਗੱਲ ਜਿਹੜੀ ਆਪਾਂ ਗੱਲ ਕਰ ਰਹੇ ਸੀ, ਡਿਸਕਸ ਕਰਦੇ ਸੀ ਕਿ ਬੈਠਾ ਅੰਦਰ ਕੋਈ ਅੰਦਰ ਹੋਰ ਆਫਿਸਰ ਬੈਠਾ, ਬਾਹਰ ਪਟਵਾਰੀਆਂ ਨੂੰ ਕੀ ਪ੍ਰੋਬਲਮ ਹੋ ਗਈ। ਤੁਸੀਂ ਉਹਦੇ ਵਿੱਚ ਇੱਕ ਹੋਰ ਗੱਲ ਨੋਟ ਕਰਿਓ, ਜੋ ਆਰਜੀਨਿਵਿਸ ਹੁੰਦੇ ਨੇ ਬਾਹਰ ਲਿਖਦੇ ਨੇ ਜੋ ਪੇਪਰ, ਉਹ ਕਹਿੰਦੇ ਨੇ ਕਿ ਤੁਹਾਡੀ ਮੰਨ ਲਓ ਕੋਈ ਜ਼ਮੀਨ ਨਾ ਕਰਵਾ ਰਿਹਾ ਆਪਣੇ ਬੱਚੇ ਦੇ ਜਾਂ ਪਿਓ ਦੇ, ਉਹ ਕਹਿੰਦੇ ਨੇ ਤੁਹਾਡੀ ਤਹਿਸੀਲਦਾਰ ਰੋਕ ਦੂਗਾ, ਅਸੀਂ ਕਰਵਾ ਦਿੰਦੇ ਹਾਂ। ਅਸੀਂ ਤਹਿਸੀਲਦਾਰ ਰੋਕ ਵੀ ਦਿੰਦੇ ਆ, ਨਹੀਂ ਉੱਪਰ ਬੈਠੇ ਪਹਿਲਾਂ ਹੀ ਹੁੰਦਾ ਕਿ ਆ ਰਹੀ ਹੈ ਜੀ, ਬੰਦਾ ਜਾ ਕੇ ਜਿਹੜਾ ਫੜਾਉਂਦਾ ਨਾ, ਜਿਹੜਾ ਆਰਜੀਨਿਵਿਸ ਦੀ ਤੁਸੀਂ ਗੱਲ ਕਰਦੇ ਹੋ, ਜਿਹੜੇ ਲਿਖਦੇ ਨੇ ਰਜਿਸਟਰੀਆਂ ਵਗੈਰਾ ਲਿਖਦੇ, ਟਾਈਪਿੰਗ ਕਰਨ ਦਾ ਕੰਮ ਕਰਦੇ ਨੇ, ਉਹਨਾਂ ਦੇ ਬੰਦਾ ਸਪੈਸ਼ਲ ਅੰਦਰ ਜਾਂਦਾ। ਬਿਲਕੁਲ, ਉਹ ਕੀ ਕਰਨ ਜਾਂਦਾ ਹੈ? ਇਹ ਪ੍ਰਾਈਵੇਟ ਬੰਦੇ ਨੇ, ਤੇ ਪਟਵਾਰੀ ਦੇ ਕੋਲ ਕੀ ਅਧਿਕਾਰ ਹੈ ਕਿ ਉਹ ਕਿਸੇ ਦਾ ਕੰਮ ਲੰਬਿਤ ਕਰੇ ਜਾਂ ਲਟਕਾਵੇ? ਬੰਦਾ ਜਦੋਂ ਜਾ ਰਿਹਾ ਕਿ ਇਹਦਾ ਇੰਤਕਾਲ ਹੋਣਾ ਚਾਹੀਦਾ, ਫਟਾਫਟ ਇੰਤਕਾਲ ਦਾ ਚੜਾਵੇ, ਨੰਬਰ ਦਵੇ, ਅੱਗੇ ਤੋਰੇ, ਵੀ ਅੱਗੇ ਜਾ ਕੇ ਕਾਨੂੰਨ ਹੋਣਾ ਕਰਨਾ ਜਾਂ ਤਹਿਸੀਲਦਾਰ ਦੀ ਮੋਹਰ ਲੱਗਣੀ, ਜੋ ਵੀ ਹੋਣਾ ਉਹ ਤੋਰੇ। ਨੇ 15-15 20 ਦਿਨ, 1 ਮਹੀਨਾ, 2-2 ਮਹੀਨੇ ਲਟਕਾ ਕੇ ਕਿਉਂ ਰੱਖਦੇ? ਜਿਹੜਾ ਆਪਣਾ ਕੰਮ ਹੈ, ਡਿਊਟੀ ਕਰ। ਅੱਛਾ, ਹੁਣ ਕਈ ਇਹੋ ਜਿਹਾ ਤਰਕ ਦੇਣਗੇ ਕਿ ਕੋਈ ਪ੍ਰੋਸੈਸ ਹੁੰਦਾ ਜੀ, ਤੇ ਜਿਹੜਾ 200-400 500 ਰੁਪਇਆ 2000 ਰੁਪਇਆ ਦੋ, ਮੁੱਠੀ ਗਰਮ ਕਰੋ, ਪ੍ਰੋਸੈਸ ਕਿੱਥੇ ਜਾਂਦਾ? ਉਹ ਪ੍ਰੋਸੈਸ ਕਿੱਥੇ ਜਾਂਦਾ? ਉਹ ਕਰਵਾਉਂਦੇ ਲੋਕ। ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਇਹ ਥੱਲੇ ਤੋਂ ਕੜੀ ਹੁੰਦੀ ਹੈ, ਇੱਕ ਕੜੀ ਕਹਿੰਦੇ, ਉੱਪਰੋਂ ਚੇਨ ਬਣੀ ਹੋਈ ਹੈ, ਇੱਥੋਂ ਚੱਲਦਾ ਹੈ ਐਂ, ਚਾਹੇ ਘੁੰਮ ਕੇ ਆਉਂਦੀ ਹੈ ਜਾਂ ਉੱਪਰੋਂ ਚਲਾ ਲਓ, ਐਂ ਘੁੰਮ ਕੇ ਆਉਂਦੀ ਹੈ, ਸਾਰਾ ਕੁਛ ਇੱਥੇ ਹੋ ਰਿਹਾ ਹੁੰਦਾ। ਲੋਕਾਂ ਨੂੰ ਤੁਸੀਂ
ਮੂਰਖ ਬਣਾਉਂਦੇ ਹੋ, ਲੋਕਾਂ ਤੋਂ ਪੈਸੇ ਖਾਂਦੇ ਹੋ, ਲੁੱਟਦੇ ਹੋ। ਤੇ ਮੇਰੀ ਗੱਲ ਇੱਕ ਆਪਾਂ ਜੇ ਅੱਜ ਤੁਸੀਂ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਹਨਾ ਗੁਰਿੰਦਰ ਜੀ, ਸੋਸ਼ਲ ਮੀਡੀਆ ਦੇ ਬਥੇਰੇ ਫੇਸਬੁੱਕੀ ਬਥੇਰੇ ਯੂਟਿਊਬਰ ਬੈਠੇ ਨੇ, ਤੁਰੇ ਫਿਰਦੇ ਨੇ, ਜਾਂ WhatsApp ਤੇ ਤੁਸੀਂ ਕੁਝ ਪਾ ਲਓ, ਕਿਸੇ ਵੀ ਧਾਰਮਿਕ ਥਾਂ ਦਾ ਕੋਈ ਨਾਂ, ਕੋਈ ਧਾਰਮਿਕ ਬੰਦੇ ਦਾ ਜਾਂ ਧਾਰਮਿਕ ਗੱਲ ਦਾ ਹੀ ਤੁਸੀਂ ਥੋੜਾ ਜਿਹਾ ਵਿਰੋਧ ਕਰ ਦਿਓ, ਦੇਖੋ ਤੁਹਾਡੇ ਤੇ ਕਿਵੇਂ ਡੰਡੇ ਚੱਕ ਗਾਲਾਂ ਦੀਆਂ ਬੁਛਾੜਾਂ, ਡੰਡੇ ਮਾਰਨ ਤੱਕ ਬੰਦੇ ਨੂੰ ਚਲੇ ਜਾਂਦੇ ਨੇ ਹਨਾ। ਇਹੀ ਬੰਦੇ ਨੇ ਉਹ ਜਿਹੜੇ ਦਫ਼ਤਰਾਂ ਬਾਹਰ ਘਰਾਂ 'ਚ ਜਾਂ ਲੋਕਾਂ ਦੇ ਕੰਮ ਕਰਨ ਵੇਲੇ ਲੁੱਟ ਕਰਦੇ ਨੇ, ਠੀਕ ਹੈ, ਨਜਾਇਜ਼ ਪੈਸਾ ਖਾਂਦੇ ਨੇ, ਰਿਸ਼ਵਤਾਂ ਖਾਂਦੇ ਨੇ। ਜਦੋਂ ਇਹਨਾਂ ਦੇ ਮੂਹਰੇ ਕੋਈ ਧਰਮ ਦੀ ਗੱਲ ਕਰਦੇ ਵੀ ਧਰਮ ਤਾਂ ਐਂ ਕਹਿੰਦਾ, ਤੁਸੀਂ ਐਂ ਕਹਿੰਦੇ ਹੋ ਨਾ, ਜੋ ਲੱਗਦੀ ਹੈ ਵੀ ਹਾਂ ਗੱਲ ਤਾਂ ਸਹੀ ਹੈ ਪਰ ਸਾਡੇ ਤੇ ਨਹੀਂ ਟੁਕਦੀ, ਫਿਰ ਡੰਡੇ ਮਾਰਨ ਤੱਕ ਚਲੇ ਜਾਂਦੇ ਨੇ। ਉੱਦਾਂ ਹੀ ਗੁਰਦੁਆਰਿਆਂ ਮੰਦਿਰਾਂ ਸਾਰੇ ਕਿਤੇ ਜਾ ਕੇ ਪ੍ਰਸ਼ਾਦ ਵੀ ਚੜਾਉਂਦੇ ਨੇ, ਮੱਥੇ ਵੀ ਕਤਾਰਾਂ 'ਚ ਵੀ ਖੜੇ ਨੇ, ਦੂਰ ਜਾ ਕੇ ਦਰਸ਼ਨ ਵੀ ਕਰਨ ਜਾਂਦੇ ਨੇ, ਤੇ ਲੁੱਟਰੇ ਸ਼ਰੇਆਮ ਨੇ ਇਹ ਪਤਾ ਨਹੀਂ ਕਿੱਥੋਂ ਇਹਨਾਂ ਨੂੰ ਹਜਮ ਹੋ ਜਾਂਦਾ ਪੈਸਾ, ਸਮਝ ਤੋਂ ਬਾਹਰ ਹੈ। ਇਸ ਗੱਲ ਜਿਹੜੀ ਹੈਗੀ ਸੀ ਕਿਸਾਨਾਂ ਦੀ, ਕਿਸਾਨ ਬੈਠੇ ਨੇ ਤਾਂ ਕਿਸਾਨਾਂ ਦੀ ਪ੍ਰੋਬਲਮ ਹੈ, ਕਿਸਾਨਾਂ ਨਾਲ ਧੱਕਾ ਕਰਿਆ ਜਾਂਦਾ ਹੈ ਉਹਨਾਂ ਨੂੰ। ਜਦੋਂ ਤੁਹਾਨੂੰ ਸਰਕਾਰ ਤਨਖਾਹ ਦੇ ਰਹੀ ਹੈ, ਜਿਸ ਕੰਮ ਲਈ ਦੇ ਰਹੀ ਹੈ, ਲੋਕਾਂ ਦੀ ਸੇਵਾ ਲਈ ਦੇ ਰਹੀ ਹੈ, ਤੁਸੀਂ ਜਿਸ ਕੁਰਸੀ ਤੇ ਬੈਠੇ ਹੋ ਤੁਸੀਂ ਇੱਕ ਨੌਕਰ ਵਾਂਗੂ ਬਣ ਕੇ ਬੈਠੇ ਹੋ ਕਿ ਤੁਹਾਡਾ ਕੰਮ ਹੈ ਇਹ ਲੋਕਾਂ ਦੀ ਸੇਵਾ ਕਰਨ ਲਈ, ਤੁਹਾਨੂੰ ਨਾਮਜ਼ਦ ਕੀਤਾ ਗਿਆ, ਤੁਹਾਡੀ ਨਿਯੁਕਤੀ ਹੋਈ ਆ, ਤੁਸੀਂ ਉਸ ਪੋਸਟ ਬਾਰੇ ਪੜ੍ਹੋ ਵੀ ਤੁਹਾਡਾ ਕੰਮ ਕੀ ਹੈ। ਇਹ ਨਾ ਕਿਹਾ ਕਰੋ ਵੀ ਮੈਂ ਪੜ੍ਹ ਕੇ ਆਇਆ, ਮੈਂ ਮਿਹਨਤ ਕੀਤੀ ਹੈ, ਮੈਂ ਪੈਸੇ ਲਾ ਕੇ ਪੜ੍ਹਾਈ ਕੀਤੀ ਹੈ, ਨਾ ਕਰਦਾ ਨਾ ਆਫੀਸਰ ਬਣਦਾ, ਕਿਸੇ ਨੇ ਧੱਕਾ ਕਰੀ ਤਾਂ ਤੇਰੇ ਨਾਲ, ਜਿਹੜੇ ਕੰਮ ਤੇਰੀ ਪੋਸਟ ਦੇ ਅਗੇਂਸਟ ਤੈਨੂੰ ਦਿੱਤੇ ਗਿਆ ਤੈਨੂੰ ਉਹ ਕਰਨ ਵਾਸਤੇ ਬਿਠਾਇਆ, ਉਸ ਚੀਜ਼ ਦੀ ਤਨਖਾਹ ਦੇ ਰਿਹਾ ਤੈਨੂੰ। ਇਹ ਨਹੀਂ ਇਸ ਕਰਕੇ ਨਹੀਂ ਤਨਖਾਹ ਦਿੱਤੀ ਜਾ ਰਹੀ ਆਫੀਸਰ ਨੂੰ ਕਿਸੇ ਨੂੰ ਕਿ ਉਹ ਬਹੁਤ ਮਿਹਨਤ ਕਰਕੇ ਉਰੇ ਤੱਕ ਪਹੁੰਚਿਆ ਜੀ, ਉਹਨੂੰ ਕੰਮ ਦੀ, ਇਸ ਦੀ ਮਿਹਨਤ ਦੀ ਕਮਾਈ ਮਿਲ ਰਹੀ ਹੈ ਕਿ ਲੋਕਾਂ ਦੇ ਇਹ ਕੰਮ ਸਵਾਰਨ ਵਾਸਤੇ, ਸਾਈਨ ਕਰਨ ਵਾਸਤੇ, ਮੋਹਰ ਲਾਉਣ ਵਾਸਤੇ, ਉਹਨਾਂ ਦੇ ਕੰਮ ਕਰਨ ਵਾਸਤੇ ਬੈਠਾ ਤਾਂ ਤੈਨੂੰ ਤਨਖਾਹ ਮਿਲ ਰਹੀ ਹੈ। ਬਥੇਰੇ ਲੋਕ ਨੇ ਜਿਹੜੇ ਡਿਗਰੀਆਂ ਕਰੀ ਬੈਠੇ ਨੇ, ਜਾਂ ਬਥੇਰੇ ਲੋਕ ਨੇ ਜਿਹੜੇ ਕਈ MA PhDਆਂ ਕਰੀ ਬੈਠੇ ਨੇ, ਜਿਨ੍ਹਾਂ ਕੋਲ ਨੌਕਰੀ ਨਹੀਂ, ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀ ਕਿਉਂਕਿ ਕੰਮ ਦੀ ਤਨਖਾਹ ਮਿਲਦੀ ਹੈ। ਪਰ ਇੱਥੇ ਵੀ ਕੀ ਗੱਲ ਹੈ ਨਾ, ਉਹ ਕਹਿੰਦੇ ਨੇ ਕਿ ਸਾਨੂੰ ਉੱਪਰ ਪੈਸੇ ਦੇਣੇ ਪੈਂਦੇ ਨੇ, ਜੋ ਫਿਰ ਰਾਜਨੀਤਿਕ ਸਿਸਟਮ ਆ ਗਿਆ ਉੱਥੇ ਵੀ ਚੜਾਵੇ ਚੜ ਦਿੰਦੇ ਨਾ, ਤੇ ਫਿਰ ਤੁਸੀਂ ਕਰਦੇ ਨੇ। ਹਾਂ, ਇਹ ਗੱਲ ਬਹੁਤ ਵਧੀਆ ਕੀਤੀ ਹੈ ਤੁਸੀਂ। ਜੇ ਤੁਹਾਡੇ ਹੱਕ 'ਚ ਪਟਵਾਰੀ ਬੈਠਦੇ ਨੇ ਤਾਂ ਮਤਲਬ ਤੁਸੀਂ ਤਨਖਾਹ, ਤੁਸੀਂ ਪੈਸੇ ਲੈਂਦੇ ਹੋ, ਤੁਸੀਂ ਬੈਠੋ, ਤੁਸੀਂ ਕਰੋ ਉਹਨਾਂ ਦੇ ਵਿਰੁੱਧ, ਜਿਹੜੇ ਤੁਹਾਡੇ ਤੋਂ ਪੈਸੇ ਮੰਗਦੇ ਨੇ ਤੁਸੀਂ ਉਹਨਾਂ ਦੇ ਵਿਰੁੱਧ ਕਰੋ, ਲਾਮਬੰਦ ਹੋ, ਤੁਸੀਂ ਨਾਮ ਲਓ ਉਹਨਾਂ ਦੇ ਬਾਹਰ ਕੱਢ ਕੇ ਵੀ ਇਹ ਬੰਦਾ ਫਲਾਣਾ ਮੰਤਰੀ ਹੈ, MLA ਮੇਰੇ ਤੋਂ ਪੈਸੇ ਮੰਗਦਾ, ਪਰ ਰਜਿਸਟਰੀ ਦੇ 3 ਵਜੇ ਤੋਂ ਬਾਅਦ ਕਿਹੜੀਆਂ ਰਜਿਸਟਰੀਆਂ ਸ਼ੁਰੂ ਹੁੰਦੀਆਂ ਨੇ, ਕਿਉਂ? ਹਾਲਾਂਕਿ ਤਹਿਸੀਲਦਾਰ ਬੈਠਦੇ ਹੋ 3 ਵਜੇ ਨੇ, 3 ਵਜੇ ਬੈਠਦੇ ਨੇ, ਜਾ ਕੇ 5 6 7 ਵਜੇ ਤੱਕ ਰਜਿਸਟਰੀਆਂ ਹੋਈ ਜਾਂਦੀਆਂ ਨੇ। ਕਾਹਦੇ ਲਈ ਹੁੰਦੀਆਂ ਨੇ? 5 ਵਜੇ ਤੱਕ ਦਫ਼ਤਰ ਨੇ, 9 ਤੋਂ 5 ਰਜਿਸਟਰੀਆਂ ਕਿਉਂ ਨਹੀਂ ਕਰਦੇ? ਤੁਸੀਂ ਇੱਕ ਗੱਲ ਹੁਣ ਵੀ ਦੇਖੋ ਨਾ ਕਿ ਸੂਬੇ ਦੇ ਵਿੱਚ ਸਰਕਾਰ ਬਦਲ ਗਈ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਸ ਸਮੇਂ ਵੀ ਤਹਿਸੀਲਾਂ ਦੇ ਵਿੱਚ ਜੋ ਕਾਂਗਰਸ ਦੇ MLA ਸੀ ਪਿਛਲੀ ਸਰਕਾਰ ਦੇ, ਉਹਨਾਂ ਨੇ ਆਪਣੇ ਬੰਦੇ ਬਿਠਾਏ ਹੋਏ ਨੇ, ਉਹ ਰਜਿਸਟਰੀਆਂ ਕਰਨ ਦੇ ਪੈਸੇ ਲੈਂਦੇ ਨੇ। ਮੈਂ ਕਿੰਨੀ ਤਹਿਸੀਲਾਂ ਦੇ ਨਾਂ ਤੇ ਟਿਕਾਣੇ ਦੱਸ ਸਕਦਾ। ਬਿਲਕੁਲ ਨਹੀਂ, ਇਹ ਸਭ ਤੋਂ ਵੱਧ ਘਪਲਾ ਇਹਨਾਂ ਚੀਜ਼ਾਂ 'ਚ ਹੋ ਰਿਹਾ ਹੈ। ਲਾਇਸੈਂਸ ਬਣਵਾਉਣਾ, ਬਿਲਕੁਲ ਠੀਕ ਹੈ ਜੀ, ਕੋਈ ਦੱਸੋ ਮੈਨੂੰ ਬਿਨਾਂ ਪੈਸੇ ਦੇ ਲਾਇਸੈਂਸ ਬਣ। ਇਹ ਜਿਹੜੇ ਬਾਹਰ ਬੂਥ ਵਾਲੇ ਬੈਠੇ ਨੇ ਨਾ, ਇਹ ਏਜੰਟ ਨੇ, ਇਹ ਬੰਦੇ ਸਿੱਧਾ ਆਫੀਸਰ ਦੇ ਕਮਰੇ 'ਚ ਕਿਵੇਂ ਵੜ ਜਾਂਦੇ ਨੇ? ਇਸ ਗੱਲ ਦਾ ਮੈਂ ਇਹ ਗੱਲ ਕੁਐਸਚਨ ਖੜਾ ਕਰਦਾ। ਆਮ ਬੰਦੇ ਨੂੰ ਤੁਸੀਂ 2-2 ਘੰਟੇ ਬਾਹਰ ਵੇਟ ਕਰਾਉਂਦੇ ਕਿ ਅਫਸਰ ਚਾਹ ਪੀ ਰਿਹਾ ਜੀ, ਕੀ ਗੱਲ ਬਈ? ਅਫਸਰ ਚਾਹ ਪੀਣ ਆਉਂਦਾ ਦਫ਼ਤਰ, ਆਪਣੇ ਘਰੇ ਪੀ ਕੇ ਆਵੇ, ਬਾਹਰ ਬੰਦਾ ਆਪਣਾ ਕੰਮ ਛੱਡ ਕੇ ਵੇਟ ਕਰ ਰਿਹਾ ਹੈ, ਉਹ ਆਮ ਬੰਦਾ ਹੈ, ਉਹ ਬੈਠਾ ਵਿਚਾਰਾ ਡਿੱਕੀ ਜਾ ਰਿਹਾ, ਕਦੇ ਕੋਈ ਮਿਲਣ ਆ ਗਿਆ, ਕਦੇ ਕੋਈ ਚਾਹ ਲੈ ਕੇ ਆ ਗਿਆ, ਕੋਈ ਫਾਈਲਾਂ ਸਾਈਨ ਕਰ ਰਿਹਾ ਜੀ, ਕੀ ਗੱਲ? ਉਹ ਬੰਦਾ ਵਿਹਲਾ ਹੈ ਬਈ। ਉਹ ਪ੍ਰਸ਼ਾਸਨ ਤਾਂ ਸਾਰਾ, ਏਜੰਟਾਂ ਨੂੰ ਕੋਈ ਰੋਕ ਨਹੀਂ, ਸਿੱਧਾ ਜਾ ਕੇ ਡਾਇਰੈਕਟ ਮਿਲਦੇ ਨੇ ਅੰਦਰ, ਸਿੱਧਾ ਦਰਵਾਜ਼ਾ ਖੋਲਦਾ, ਉਹ ਜਿਹੜਾ ਬਾਹਰ ਪੀਣ ਖੜਾ ਹੁੰਦਾ ਉਹ ਵੀ ਦਰਵਾਜ਼ਾ ਖੋਲੇਗਾ ਵੀ ਆ ਜਾਓ ਜੀ ਤੁਹਾਨੂੰ ਅੰਦਰ, ਕਿਉਂ? ਉਹਨੂੰ ਉਹਦੀ ਮੁੱਠੀ ਗਰਮ ਹੁੰਦੀ ਹੈ। ਬਿਲਕੁਲ ਨਹੀਂ, ਪ੍ਰਸ਼ਾਸਨ ਤਾਂ ਸਾਰਾ ਸਰਕਾਰ ਨਾਲ ਮਿਲ ਕੇ ਬੇਈਮਾਨੀ ਕਰਦਾ ਨਾ। ਹੁਣ ਜੋ ਇੱਕ ਪਟਿਆਲੇ ਜ਼ਿਲ੍ਹੇ 'ਚ ਸਕੈਮ ਹੈ, ਉਹਦੇ 'ਚ ਇੱਕ SDM ਤੇ ਇੱਕ ਸਾਬਕਾ DC ਨੇ ਜੋ ਪਟਿਆਲੇ ਤੋਂ, ਹਾਲਾਂਕਿ ਡਿਊਟੀ 'ਚ ਨੇ, ਪਟਿਆਲੇ ਤੋਂ ਬਦਲ ਗਏ, ਉਹਨਾਂ ਦਾ ਨਾਮ ਨਿਕਲ ਕੇ ਆ ਰਿਹਾ। ਸਰਕਾਰ ਤੋਂ ਬਿਨਾਂ ਤਾਂ ਸੰਭਵ ਨਹੀਂ ਨਾ ਆਹ ਹੈਗਾ। ਨਹੀਂ, ਕੌਣ ਕਹਿੰਦਾ ਸਰਕਾਰ ਤੋਂ ਬਿਨਾਂ ਸੰਭਵ ਹੁੰਦਾ? ਇਹ ਤਾਂ ਬਿਲਕੁਲ ਜਾਇਜ਼ ਗੱਲ ਕਰੀਏ ਤੁਸੀਂ ਵੀ, ਮੰਤਰੀ ਨੇ ਜਾਂ MLA ਨੇ ਵਿੱਚ, ਥਾਣੇ, ਤਹਿਸੀਲਾਂ, ਇਹਨਾਂ ਦੇ ਵਿੱਚ ਬਿਨਾਂ ਪੈਸੇ ਤੋਂ ਕੰਮ ਨਹੀਂ ਹੁੰਦਾ। ਇਹਨਾਂ ਦੇ ਮਗਰ ਕੀ ਹੁੰਦੇ ਨੇ? ਸਪੋਰਟ ਕਰਨ ਵਾਲੇ MLA। ਮੈਂ ਪਹਿਲਾਂ ਵੀ ਗੱਲ ਸ਼ੇਅਰ ਕਰੀ ਸੀ, ਥਾਣੇਦਾਰ ਕਹਿੰਦਾ ਸਾਨੂੰ ਤਾਂ ਕੰਮ ਨਹੀਂ ਕਰਨ ਦਿਆ ਜਾਂਦਾ, ਸਾਡੇ ਤੋਂ ਪੈਸੇ ਲੱਗ ਮੰਗੇ ਜਾਂਦੇ ਨੇ, ਸਿਫਾਰਸ਼ਾਂ ਲੱਗ ਭੁਗਤਦੇ ਆ, ਬਗਾਰਾਂ ਝੱਲ ਰਹੀਆਂ ਸੀ ਤਾਂ, ਠੀਕ ਹੈ, ਬਗਾਰਾਂ ਝੱਲ ਰਹੀਆਂ ਬਗਾਰਾਂ। ਤੇ ਉਹ ਕੌਣ ਨੇ? ਜੇ ਮੇਰੇ ਖਿਆਲ ਜੇ ਆਮ ਆਦਮੀ ਪਾਰਟੀ ਸੱਚੀ ਮੁੱਚੀ ਭ੍ਰਿਸ਼ਟਾਚਾਰ ਖਤਮ ਕਰਨ ਲਈ ਤੁਰੀ ਹੈ ਤਾਂ ਇੱਥੇ ਨੱਥ ਪਾਣੀ ਪਊਗੀ, ਤਕਲੀਫ ਤਾਂ ਹੋਊਗੀ ਲੋਕਾਂ ਨੂੰ। ਜਿਹੜੇ ਬੰਦੇ ਬੈਠੇ ਨੇ ਕਰਪਟ ਨੇ, ਜਿਹੜੇ, ਉਹਨਾਂ ਦੀ ਚੀਕਾਂ ਤਾਂ ਨਿਕਲਣਗੀਆਂ। ਜਿਵੇਂ ਪੈਨਸ਼ਨ ਦਾ ਇੱਕ ਪੈਨਸ਼ਨ ਕਰੀ ਹੈ ਤੇ ਵਿਧਾਇਕਾਂ ਦੀ ਨਿਕਲੀਆਂ ਨੇ ਚੀਕਾਂ, ਏਦਾਂ ਨਿਕਲਣਗੀਆਂ, ਲੇਕਿਨ ਲੋਕਾਂ ਨੂੰ ਸਾਹ ਆ ਜਾਊਗਾ। ਵੋਟ ਤਾਂ ਲੋਕਾਂ ਨੇ ਪਾਣੀ ਹੈ, ਅਫਸਰਾਂ ਦੀ ਕੋਈ ਨਹੀਂ ਸੁਣਦਾ। ਅੱਜ ਲੋਕ ਅਫਸਰ ਤੰਗ ਕਰਦੇ ਨੇ, ਅਫਸਰ ਤੇ ਕਿਸੇ ਤੋਂ ਕੌਣ ਵੋਟ ਪਾ ਦੂ? ਅੱਜ
ਜੀ ਬਿਲਕੁਲ। ਸੜਕਾਂ ਦੇ ਉੱਤੇ ਤੁਸੀਂ ਪੁਲਿਸ ਕਢਾਈ ਹੈ, ਪੈਸੇ ਲੁੱਟ ਰਹੇ ਨੇ, ਠੀਕ ਹੈ, ਤਹਿਸੀਲਾਂ 'ਚ ਬੰਦੇ ਬਿਠਾ ਰਹੇ ਨੇ, ਏਜੰਟ ਬਿਠਾ ਰਹੇ ਨੇ, ਪੈਸੇ ਲੈ ਰਹੇ ਨੇ। ਪਰ ਪ੍ਰਸ਼ਾਸਨ, ਜਿਵੇਂ ਕਿਸਾਨ ਜਥੇਬੰਦੀਆਂ ਲਗਾਤਾਰ ਰੋਹ 'ਚ ਨੇ, ਪ੍ਰਸ਼ਾਸਨ ਖਿਲਾਫ ਸੰਘਰਸ਼ ਕਰ ਰਹੀਆਂ ਨੇ। ਪ੍ਰਸ਼ਾਸਨ ਭਾਵੇਂ ਪੰਜਾਬ ਦਾ ਨਹੀਂ, ਦੇਸ਼ ਪੱਧਰ ਦਾ ਹੋਵੇ, ਉਹ ਹੁਣ ਤੰਗੀ ਮਹਿਸੂਸ ਕਰਦਾ ਕਿਸਾਨ ਜਥੇਬੰਦੀਆਂ ਤੋਂ। ਰਿਕਵੈਸਟ ਦੀ ਕਹੇ ਤਾਂ ਉਹ ਵੀ ਧਰਨੇ ਤੇ ਬੈਠੇ ਨੇ ਕਿ ਸਾਡੇ ਬੰਦੇ ਧੱਕੇ ਨਾਲ ਪੁਲਿਸ ਨੇ ਫੜ ਕੇ ਅੰਦਰ ਦੇਤੇ। ਦੇਖੋ, ਜਦੋਂ ਕੋਈ ਬੰਦਾ ਪਰੇਸ਼ਾਨ ਹੁੰਦਾ ਨਾ, ਉਹਨੂੰ ਖਾਸ ਕਰਦੇ ਜਿਸ ਬੰਦੇ ਨੂੰ ਤਨਖਾਹ ਮਿਲ ਰਹੀ ਹੈ, ਲੱਖ ਸਵਾ ਲੱਖ ਰੁਪਇਆ ਘਰੇ, ਵੱਡੇ ਆਫੀਸਰ ਨੇ ਜਿਹੜੇ ਇਹਨਾਂ ਦੇ ਘਰੇ ਜਾ ਰਹੇ ਹਨ, ਸਰਕਾਰ ਦੇ ਰਹੀ ਹੈ, ਆਰਾਮ ਨਾਲ ਦੇ ਰਹੀ ਹੈ ਨਾ, ਤੇ ਉਹ ਬੰਦਾ, ਕਿੰਨੇ ਹੀ ਬੰਦੇ ਨੇ ਜਿਨ੍ਹਾਂ ਦੀ ਤਨਖਾਹ ਲੱਖ ਨੂੰ ਟੱਚ ਕਰਦੀ ਨੇ, ਰਿਸ਼ਵਤ 2000 3000 5000 ਲੈਂਦੇ ਫੜੇ ਗਏ, ਰੰਗੇ ਹੱਥੀ ਫੜੇ ਗਏ, ਤੇ ਕਲਾਸ 1 ਅਫਸਰ ਬਣੇ ਬੈਠੇ ਆ, ਉਹ ਫੜੇ ਗਏ। ਠੀਕ ਹੈ, ਮਤਲਬ ਕਹਿਣ ਦਾ ਭਾਵ ਹੈ ਕਿ ਜਿਹੜੇ ਬੰਦੇ ਇਸ ਤਰ੍ਹਾਂ ਦੇ ਨੇ ਉਹਨਾਂ ਨੂੰ ਤਕਲੀਫ ਤਾਂ ਹੁੰਦੀ ਹੋਈ ਹੈ। ਪਰ ਸਭ ਤੋਂ ਵੱਡਾ ਇੱਕ ਸਵਾਲ ਇੱਥੇ ਆਹ ਵੀ ਹੈ ਨਾ, ਜਿਹੜਾ ਬੰਦਾ ਰਿਸ਼ਵਤ ਲੈਂਦਾ ਹੋਇਆ ਫੜਿਆ ਜਾਂਦਾ, 2-4 ਮਹੀਨੇ ਬਾਅਦ ਉਸ ਨੂੰ ਬਹਾਲ ਕਰਤਾ ਜਾਂਦਾ, ਉੱਪਰੋਂ ਥੱਲੇ ਤੱਕ ਗੱਲਬਾਤ ਨਾ, ਸਬੂਤ ਖਤਮ ਕਰ ਦੋ, ਅੱਗੇ ਉਹ ਵੀ ਰਿਸ਼ਵਤ ਦੇ ਕੇ ਬਚ ਜਾਂਦਾ, ਗਵਾਹ ਖਰੀਦ ਲੈਂਦਾ, 4 ਪੈਸੇ ਦੇ ਦਿੰਦਾ ਉਹਨੂੰ ਕਿ ਨੌਕਰੀ ਦਾ ਮਸਲਾ ਜੀ ਮੇਰੀ ਦਾ, ਮੈਂ ਸਾਰੀ ਜ਼ਿੰਦਗੀ ਆ ਕੇ ਫਿਰ ਉਹ ਵੀ ਲੱਗ ਜਾਂਦਾ ਕੰਮ ਕਰਨ, ਫਿਰ ਹੋਰ ਤਰੀਕੇ ਅਪਣਾ ਲੈਂਦਾ। ਫਿਰ ਤਕਲੀਫ ਤਾਂ ਇਹਨਾਂ ਨੂੰ ਹੋਣੀ ਹੈ ਨਾ, ਜਥੇਬੰਦੀਆਂ ਤੋਂ ਵੀ ਹੋਣੀ ਹੈ, ਆਮ ਲੋਕਾਂ ਤੋਂ ਵੀ ਹੋਣੀ ਹੈ। ਆਮ ਲੋਕਾਂ ਨੇ ਸੰਘਰਸ਼ ਤੋਂ ਇੱਕ ਚੀਜ਼ ਸਿੱਖ ਲਈ ਕਿ ਲਾਮਬੰਦ ਹੋ ਕੇ ਲੜ ਲਓ, ਜਿੱਤ ਮਿਲ ਜਾਂਦੀ ਹੈ। ਹੁਣ ਲਾਮਬੰਦੀ ਇਹਨਾਂ ਨੂੰ ਤੰਗ ਕਰ ਰਹੀ ਹੈ। ਪਹਿਲਾਂ ਤਾਂ 1-2 ਬੰਦੇ ਨੂੰ ਘੂਰ ਕੇ ਬੁਝਾ ਲੈਂਦੇ ਸੀ ਇਹ ਭਾਜਾ, ਜਦ ਤੇਰੀ ਫਾਈਲ ਕਢਾ ਕੇ ਦਿਖਾ ਦੇ, ਹੁਣ ਅਗਲਾ ਕਹਿੰਦਾ ਆ ਜਾ ਫਿਰ ਬਾਹਰ ਧਰਨਾ ਲਾ ਰਹੇ ਆ, ਦੇਖਦੇ ਆ ਫਿਰ ਤੂੰ ਕਿਵੇਂ ਨਹੀਂ ਕੱਢਦਾ ਫਾਈਲ। ਤੇ ਤਕਲੀਫ ਤਾਂ ਹੋਣੀ ਹੈ। ਇਸੇ ਕਰਕੇ ਹੁਣ ਆ ਜਿਹੜਾ ਪਿਛਲੇ ਦਿਨੀ ਆ ਉੱਥੇ ਮੁਜ਼ੱਫਰਨਗਰ ਦੇ ਵਿੱਚ ਹੋਇਆ, ਜਿਹੜਾ ਟਕੈਤ ਸਾਹਿਬ ਬੈਠੇ ਨੇ ਹੁਣ ਅਣਮਿੱਥੇ ਧਰਨੇ ਤੇ, ਉੱਥੇ ਵੀ ਨਜਾਇਜ਼ ਕਹਿੰਦੇ ਪਰਚਾ ਦਿੱਤਾ ਉਹਨਾਂ ਨੇ, ਮਾਰਕੁੱਟ ਦਾ ਪਰਚਾ ਦਿੱਤਾ ਕਿਸਾਨਾਂ ਦੇ ਉੱਤੇ। ਕੋਤਵਾੜੀ 'ਚ ਹੁਣ ਅਣਮਿੱਥੇ ਸਮੇਂ ਲਈ ਧਰਨੇ ਤੇ ਬੈਠ ਕੇ ਕਹਿੰਦੇ ਵੀ ਆਹ ਪਰਚਾ ਰੱਦ ਕਰੋ, ਤੁਸੀਂ ਕਿਉਂ ਕੀਤਾ ਇਹ। ਜਿਹੜੀ ਚੀਜ਼ ਹੋਈ ਹੈ ਜਾਂ ਨਹੀਂ ਹੋਈ, ਜਾਂ ਕਾਰਨ ਲੱਭਣ ਦੀ ਬਜਾਏ, ਜਾਂ ਦੋਵਾਂ ਧਿਰਾਂ ਨੂੰ ਵਿੱਚ ਇਨਵੋਲਵ ਕਰਨ ਦੀ ਬਜਾਏ, ਤੁਸੀਂ ਚੱਕ ਕੇ ਇਹਨਾਂ ਨੂੰ ਕਰਨ ਲੱਗੇ, ਗਲ ਗੁੱਠਾ ਉੱਪਰੋਂ ਦਿੰਦੇ ਆ ਰਹੇ ਆ। ਇਹ ਸੈਂਟਰ ਵੱਲੋਂ ਹੋਇਆ ਸਾਰਾ ਕੁਛ ਹੈ, ਕੱਲਾ ਪੰਜਾਬ ਦੇ ਵਿੱਚ ਨਹੀਂ, ਹੋਰਨਾਂ ਸਟੇਟਾਂ ਦੇ ਵਿੱਚ ਵੀ ਕਿਸਾਨਾਂ ਨੂੰ ਵੀ ਦੱਬ ਕੇ ਰੱਖੋ, ਜਿਵੇਂ ਇਹਨਾਂ ਨਾਲ ਜਿੰਨਾ ਇਹਨਾਂ ਨਾਲ ਕੀਤਾ ਜਾ ਸਕਦਾ ਕਰੋ। ਇਹ ਕਿਸਾਨਾਂ ਦਾ ਇਕੱਲਾ ਕੰਮ ਨਹੀਂ, ਮਜ਼ਦੂਰ, ਕਿਸਾਨ, ਮੁਲਾਜ਼ਮ, ਸਾਰੇ ਬੰਦੇ ਇਕਜੁੱਟ ਹੋਣਾ ਚਾਹੀਦਾ। ਜਿਹੜੇ ਬੰਦੇ ਕਰਪਟ ਨਹੀਂ ਹੈਗੇ ਆਉਣ, ਜਥੇਬੰਦੀਆਂ ਨਾਲ ਰਲਣ, ਉਹਨਾਂ ਦਾ ਸਾਥ ਦੇਣ, ਤਾਂ ਕਿਤੇ ਇਹਨੂੰ ਠੱਲ ਪਊਗੀ। ਜੇ ਸਰਕਾਰ ਸੁਹਿਰਦ ਹੈ ਤਾਂ ਸਰਕਾਰ ਉਹਨਾਂ ਜਥੇਬੰਦੀਆਂ ਦੀ, ਉਹਨਾਂ ਦੀ ਗੱਲ ਸੁਣੇ, ਔਰ ਅਧਿਕਾਰੀਆਂ, ਕਰਮਚਾਰੀਆਂ, ਮੁਲਾਜ਼ਮਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਜਿਹੜੇ ਕਰਪਟ ਨੇ, ਜਿਹੜੇ ਸਹੀ ਨੇ, ਉਹਨਾਂ ਨੂੰ ਸ਼ਾਬਾਸ਼ੀ ਦੇਣੀ ਚਾਹੀਦੀ ਹੈ, ਉਹਨਾਂ ਦੀਆਂ ਪ੍ਰਮੋਸ਼ਨਾਂ ਕਰਨ, ਇਹਨਾਂ ਨੂੰ ਇਨਕਰੀਮੈਂਟ ਦੇਣ। ਜਿਹੜੇ ਇਸ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਕੇਸ 'ਚ ਫਸ ਜਾਂਦੇ ਆ, ਉਹਨਾਂ 'ਤੇ ਸਖਤ ਕਾਰਵਾਈ ਕਰਕੇ ਇਨਕਰੀਮੈਂਟ ਵਾਪਸ ਲਏ ਜਾਣੇ ਚਾਹੀਦੇ ਨੇ, ਪ੍ਰਮੋਸ਼ਨਾਂ ਵਾਪਸ ਲੈਣੀਆਂ ਚਾਹੀਦੀਆਂ ਨੇ ਉਹਨਾਂ ਦੀਆਂ, ਤਾਂ ਕਿਤੇ ਜਾ ਕੇ ਇਹ ਠੱਲ ਪਊਗੀ। ਇੱਦਾਂ ਨਹੀਂ ਹੋਣੀ। ਇਹ ਤਕਲੀਫ ਹੋ ਰਹੀ ਹੈ ਤੇ ਧਰਨਿਆਂ ਤੇ ਬੈਠਣਗੇ ਲੋਕ। ਹੁਣ ਰਕੇਸ਼ ਟਕੈਤ ਨੇ ਇਕੱਲੇ ਨਹੀਂ ਲਾਤਾ, ਕਹਿੰਦਾ ਮੈਂ ਅਣਮਿੱਥੇ ਸਮੇਂ ਲਈ ਬੈਠਾ, ਮੇਰੀ ਜਥੇਬੰਦੀ ਬੈਠੂਗੀ, ਤੇ ਜਦ ਤੱਕ ਇਹ ਚੀਜ਼ ਸੋਲਵ ਨਹੀਂ ਕਰਦੇ ਅਸੀਂ ਬੈਠੇ ਹਾਂ। ਫਿਰ ਤੇ ਹੁਣ ਇਹ ਆਹੀ ਕੰਮ ਚੱਲੂਗਾ। ਜਿਹੜਾ ਸੰਘਰਸ਼ ਤੁਰਿਆ ਸੀ ਨਾ, ਇਹ ਹੁਣ ਲੰਮਾ ਸੰਘਰਸ਼ ਤਾਂ ਐਂ ਚੱਲਣਾ। ਉੱਥੇ ਵਾਲਾ ਤਾਂ ਖਤਮ ਹੋ ਗਿਆ, ਪਰ ਇਹ ਹੁਣ ਚੱਲੂ। ਇੱਕ ਕ੍ਰਾਂਤੀ ਹੈ, ਇਹ ਸ਼ੁਰੂ ਹੋ ਗਈ, ਇਨਕਲਾਬ ਕਹਿੰਦੇ ਜਿਹਨੂੰ, ਉਹ ਆ ਰਿਹਾ ਹੈ ਹੌਲੀ ਹੌਲੀ, ਚੇਤਨਾ ਵਧੀਆ ਪਹਿਲਾਂ ਨਾਲੋਂ। ਬਿਲਕੁਲ। ਤੇ ਜਦੋਂ ਪ੍ਰਸ਼ਾਸਨ ਦੀ ਗੱਲ ਕਰਦੇ ਆ, ਮੈਂ ਇੱਥੇ ਗੱਲ ਦੱਸਣਾ ਚਾਹੁੰਦਾ ਇੱਕ ਵੀ ਪਟਿਆਲੇ ਜ਼ਿਲ੍ਹੇ ਦਾ ਇੱਕ ਪਟਵਾਰੀ, ਸਾਰੀ ਉਮਰ ਉਹਨੇ ਕਿਸਾਨ ਲੁੱਟ ਕੇ ਖਾ ਲਏ, ਕਿੰਨੇ ਦਾ ਉਹਦੇ ਕਰਕੇ ਖੁਦਕੁਸ਼ੀ ਦੇ ਰਾਹ ਤੇ ਪੈ ਗਏ। ਉਹ ਦਿੱਲੀ ਬੈਠਾ ਸੀ, ਕਹਿੰਦਾ ਮੈਂ ਕਿਸਾਨਾਂ ਦੀ ਲੜਾਈ ਲੜਨੀ ਹੈ। ਤੁਸੀਂ ਹਾਲਾਤ ਦੇਖੋ ਨਾ, ਜਿਸ ਪਟਵਾਰੀ ਨੇ ਸਾਰੀ ਉਮਰ ਕਿਸਾਨ ਲੁੱਟ ਕੇ ਖਾ ਲਏ ਆਪਣੀ 58 ਸਾਲ ਦੀ ਸਰਵਿਸ ਦੇ ਵਿੱਚ, ਉਹ ਕਹਿੰਦਾ ਕਿ ਮੈਂ ਦਿੱਲੀ ਰਹਿ ਕੇ ਆਇਆ, ਮੈਂ ਕਿਸਾਨਾਂ ਦੀ ਲੜਾਈ ਲੜਦਾ। ਜਦੋਂ ਇਹੋ ਜਿਹੇ ਹਾਲਾਤ ਹੋਣ, ਦੇਖੋ ਇੱਕ ਗੱਲ ਗੁਰਜਿੰਦਰ ਜੀ ਇੱਦਾਂ ਹੈ, ਜਿਹੜੇ ਬੰਦੇ ਚਾਹੇ ਪਟਵਾਰੀ ਹੈ, ਚਾਹੇ ਕਾਨੂੰਗੋ, ਚਾਹੇ ਥਾਣੇਦਾਰ ਹੈ, ਚਾਹੇ SSP ਹੈ, SP ਹੈ, ਚਾਹੇ ਸਿਪਾਹੀ ਆ, ਚਾਹੇ ਛੋਟਾ ਕਰਮਚਾਰੀ ਹੈ, ਕੋਈ ਵੀ ਹੈ, ਆਫਟਰ ਆਲ ਕੋਈ ਕਿਤੇ ਨਾ ਕਿਤੇ ਕੋਈ ਕਿਸਾਨੀ ਨਾਲ ਜੁੜਿਆ ਹੋਇਆ ਹੈ। ਕੋਈ ਮੁਲਾਜ਼ਮ ਹੈ, ਕਿਸੇ ਦਾ ਪਰਿਵਾਰ ਦਾ ਬੰਦੇ ਸਾਰੇ ਮੁਲਾਜ਼ਮ ਨੇ, ਕੋਈ ਮਜ਼ਦੂਰ ਭਾਈਚਾਰੇ ਚੋਂ ਆ ਰਿਹਾ ਹੈ, ਕੋਈ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਪੱਖੋਂ ਤਾਂ ਜੁੜੇ ਹੋਏ ਨੇ ਨਾ। ਜੇ ਉਹ ਉਸ ਸੰਬੰਧਿਤ ਆਪਾਂ ਕਹਿ ਲਓ ਕਾਰੋਬਾਰ ਨਾਲ, ਚਾਹੇ ਮੁਲਾਜ਼ਮ ਹੈ, ਚਾਹੇ ਕਿਸਾਨੀ ਨਾਲ ਸੰਬੰਧਿਤ ਪਰਿਵਾਰ ਚੋਂ ਹੈ, ਚਾਹੇ ਮਜ਼ਦੂਰ ਨਾਲ ਸੰਬੰਧਿਤ ਪਰਿਵਾਰ ਚੋਂ ਆ, ਉਸ ਨਾਲ ਸੰਬੰਧਿਤ ਕਿਸੇ ਡਿਪਾਰਟਮੈਂਟ ਦੇ ਵਿੱਚ ਤਾਇਨਾਤ ਹੋ ਜਾਂਦਾ, ਤਾਂ ਘੱਟੋ ਘੱਟ ਉਹਨੂੰ ਇੰਨੀ ਕੁ ਤਾਂ ਸ਼ਰਮ ਆਉਣੀ ਚਾਹੀਦੀ ਹੈ ਕਿ ਯਾਰ ਮੈਂ ਇਹਨਾਂ ਪਰਿਵਾਰਾਂ ਚੋਂ ਆਇਆ, ਮੈਂ ਇਹਨਾਂ ਪਰਿਵਾਰਾਂ ਨਾਲ ਤਾਂ ਧੱਕਾ ਕਰਾਂ। ਜੇ ਜ਼ਿਆਦਾਤਰ ਹੁਣ ਕਿਸਾਨੀ ਜ਼ਮੀਨੀ ਮਾਮਲਿਆਂ ਨਾਲ ਜੁੜੇ ਹੋਏ ਬੰਦੇ ਨੇ, ਜੇ ਉਹ ਕਿਸਾਨੀ ਪਰਿਵਾਰਾਂ ਚੋਂ ਬੰਦੇ ਨੇ, ਮੁਲਾਜ਼ਮ ਨੇ, ਤਾਂ ਘੱਟੋ ਘੱਟ ਆਪਣੇ ਤੇ ਗੱਲ ਲੈਣ ਵੀ ਜੇ ਸਾਡੀ ਜ਼ਮੀਨ ਨਾਲ ਐਂ ਕਰੇ ਕੋਈ ਯਾਰ, ਜਾਂ ਸਾਡੇ ਪਿਓ ਨੂੰ ਐਂ ਖੜਾ ਕੇ ਰੱਖੇ, ਜਾਂ ਸਾਡੀ ਰਜਿਸਟਰੀ ਕਰਾਉਣ ਲੱਗੇ ਆ ਪੈਸੇ ਲਵੇ, ਫੇਰ ਕੀ ਕਰੋਗੇ। ਪਰ ਇਹਦੇ 'ਚ ਵੀ ਇੱਕ ਗੱਲ ਹੈ ਨਾ, ਉਹ ਇਹ ਸੋਚਦੇ ਆ ਕਿ ਸਾਡੀ ਪ੍ਰਮੋਸ਼ਨ ਵਧੂਗੀ ਜੇ ਅਸੀਂ ਸਰਕਾਰ ਖਿਲਾਫ ਭੁਗਤਾਂਗੇ। ਹਰਿਆਣਾ ਦੇ ਕਿਸਾਨੀ ਅੰਦੋਲਨ ਦੋ ਉਦਾਹਰਨਾਂ, SDM ਕਹਿੰਦਾ ਕਿਸਾਨਾਂ ਦੇ ਸਿਰ ਪਾੜ ਦਿਓ, ਕਿਹਾ ਸੀ ਨਾ। ਤੇ ਇੱਕ SHO ਸੀ ਹਰਜਿੰਦਰ ਸਿੰਘ, ਉਹ ਆਪ ਜ਼ਿਮੀਂਦਾਰ ਪਰਿਵਾਰ ਚੋਂ ਸੀ, 400-500 ਏਕੜ ਦਾ ਉਹ ਮਾਲਕ ਹੈ, ਤੇ ਉਹ ਸਿਰਫ
ਇਸ ਕਰਕੇ ਸਰਕਾਰ ਦੇ ਹੱਕ 'ਚ ਭੁਗਤਿਆ ਤੁਸੀਂ। ਹਾਲਾਂਕਿ ਕਹਿੰਦੇ ਹੋ ਕਿ ਜ਼ਿਮੀਂਦਾਰ ਸੋਚਣ ਕਿ ਅਸੀਂ ਇਹਨਾਂ ਪਰਿਵਾਰਾਂ 'ਚੋਂ ਆ, ਉਹ ਇਸ ਕਰਕੇ ਭੁਗਤਿਆ ਕਿ ਮੈਨੂੰ ਉੱਚਾ ਰੁਤਬਾ ਮਿਲ ਜੂਗਾ। 500 ਏਕੜ ਦਾ ਮਾਲਕ ਜ਼ਿਮੀਂਦਾਰਾਂ ਨਾਲ ਨਹੀਂ ਭੁਗਤਿਆ, ਉਹ ਕਿਸਾਨਾਂ ਮਜ਼ਦੂਰਾਂ ਨਾਲ ਸਰਕਾਰ ਦੇ ਪੱਖ 'ਚ ਭੁਗਤਿਆ ਕਿ ਰੁਤਬਾ ਮਿਲੂਗਾ। ਬਿਲਕੁਲ, ਇਹ ਲਾਲਚ, ਜੇ ਇਹ ਲਾਲਚ ਸਾਰੇ ਛੱਡਣ, ਤੁਸੀਂ ਸੋਚੋ ਨਾ, ਸਾਰੇ ਛੱਡਣ, ਫਿਰ ਦੇਖੋ ਐ ਤਾਂ ਹੁਣ ਜਿਹੜੇ ਪਿੱਛੇ ਜੇ ਤੁਸੀਂ ਦੇਖੋਗੇ 84 ਤੋਂ ਬਾਅਦ ਦਾ ਜਿਹੜਾ ਰਿਹਾ ਦੌਰ ਰਿਹਾ, ਉਹਦੇ ਵਿੱਚ ਜਿਹੜੇ ਮੁੰਡੇ ਬੇਕਸੂਰ ਨਜਾਇਜ਼ ਮਾਰੇ ਨੇ, ਐਨਕਾਊਂਟਰ ਨਜਾਇਜ਼ ਕੀਤੇ ਨੇ ਮੁਕਾਬਲੇ, ਉਹਨਾਂ ਦੇ ਵਿੱਚ ਪ੍ਰਮੋਸ਼ਨਾਂ ਵਾਸਤੇ ਹੀ ਨੇ। ਘਰੋਂ ਚੱਕ ਕੇ ਲਿਜਾ ਕੇ ਤੁਸੀਂ ਐਨਕਾਊਂਟਰ ਕੀਤੇ ਨੇ ਲੋਕਾਂ ਨੇ, ਨੌਜਵਾਨ ਮੁੰਡਿਆਂ ਦੇ, ਤੇ ਉਹ ਕਾਹਦੇ ਲਈ ਕਰੇ ਨੇ? ਕੀ ਸੀ, ਕੀ ਮਿਲਦਾ ਸੀ? ਫਿੱਤੀ ਲੱਗਦੀ ਸੀ ਨਾ, ਸਟਾਰ ਲੱਗਦਾ ਸੀ। ਕਿੰਨੇ ਨਜਾਇਜ਼ ਮਾਰੇ ਗਏ, ਨਜਾਇਜ਼ ਕਿੰਨੇ ਹੀ ਮਾਰੇ ਨੇ। ਉਹ ਖਾਲੜਾ ਕਮਿਸ਼ਨ ਕਿੱਥੇ ਗਿਆ? ਖਾਲੜਾ ਕਿੰਨੀਆਂ ਲਾਸ਼ਾਂ ਕੱਢਦੀਆਂ ਸੀ ਨਜਾਇਜ਼, 25,000 ਲਾਸ਼ਾਂ। ਤੇ ਫਿਰ ਉਹ ਕਿਉਂ ਸੀ? ਇਹ ਸਿਰਫ ਪੀਤੀਆਂ ਵਾਸਤੇ, ਮਤਲਬ ਗਰਕ ਕੀ ਜ਼ਮੀਰ ਲੋਕਾਂ ਦੀ ਮਰ ਗਈ ਹੈ। ਖਾਸ ਕਰ ਮੈਂ ਕਹਿੰਦਾ ਕਿ ਸਰਕਾਰੀ ਮੁਲਾਜ਼ਮ ਜਿਹੜੇ ਕਰਪਟ ਨੇ, ਉਹਨਾਂ ਬਾਰੇ ਬੋਲ ਰਿਹਾ ਹਾਂ, ਜਿਹੜੇ ਕਰਪਟ ਨੇ ਆਪਣੀ ਜ਼ਮੀਰ ਅੰਦਰ ਝਾਕ ਕੇ ਦੇਣਗੇ, ਤੁਹਾਡੇ ਬੱਚਿਆਂ ਨਾਲ ਵੀ ਇਹੀ ਹੋਏਗਾ। ਅੱਜ ਤੁਸੀਂ ਕਰਪਸ਼ਨ ਕਰ ਰਹੇ ਹੋ, ਤੁਹਾਡੇ ਬੱਚਿਆਂ ਨੂੰ ਦੇਣਾ ਪੈਣਾ ਅੱਗੇ ਜਾ ਕੇ, ਉਹ ਵੀ ਤਾਂ ਲਾਈਨਾਂ 'ਚ ਖੜਨਗੇ। ਬਿਲਕੁਲ। ਫਿਰ ਜਦੋਂ ਤੁਸੀਂ ਉਤਰ ਜਾਓਗੇ ਪਦਵੀ ਚੋਂ, ਫਿਰ ਤੁਹਾਨੂੰ ਕੋਈ ਪੁੱਛਦਾ ਨਹੀਂ, ਫਿਰ ਤੁਸੀਂ ਲੀਕਾਂ ਕੱਢਦੇ ਹੋ ਵੀ ਜਦੋਂ ਬੰਦਾ ਪਰੇ ਹੋ ਜਾਂਦਾ ਨਾ ਰਿਟਾਇਰਮੈਂਟ ਤੋਂ, ਉਦੋਂ ਤਾਂ ਕੋਈ ਨਹੀਂ ਪੁੱਛਦਾ। ਤੁਸੀਂ ਪੁੱਛਿਆ ਕਿਸੇ ਨੂੰ? ਤੁਸੀਂ ਬਿਨਾਂ ਪੈਸੇ ਲਈ ਕੰਮ ਕੀਤਾ ਕਿਸੇ ਦਾ? ਬਿਲਕੁਲ। ਤੁਸੀਂ ਸਟਾਰ ਲਵਾਉਣ ਵਾਸਤੇ, ਪਦਵੀਆਂ ਲੈਣ ਵਾਸਤੇ ਲੋਕਾਂ ਦਾ ਕਚੁੰਮਰ ਕੱਢਿਆ, ਲੋਕਾਂ ਦੇ ਕਤਲ ਤੱਕ ਕਰਤੇ। ਤੁਸੀਂ ਕਹਿੰਦੇ ਹੋ ਕੋਈ ਪੈਸੇ ਲੈਣਾ ਜਾਂ ਲੋਕਾਂ ਨੂੰ ਨਜਾਇਜ਼ ਪਛਾਣ ਕਰੇਗਾ, ਇਹਦਾ ਕਤਲ ਕਰ ਦਿੰਦੇ ਨੇ। ਗੁਰਮੀਤ ਪਿੰਕੀ ਕੈਟ ਕਿੰਨੇ ਖੁਲਾਸੇ ਕੀਤੇ ਉਹਨੇ? ਬਹੁਤ ਸਾਰੇ ਖੁਲਾਸੇ ਨੇ, ਸਾਰਾ ਕੁਝ ਸਾਹਮਣੇ ਤਾਂ ਆਇਆ ਪਿਆ। ਉਹ 25,000 ਲਾਸ਼ਾਂ ਕਿਤੇ ਲੁਕੀਆਂ ਨੇ, ਬਕਾਇਦਾ ਤੌਰ ਤੇ ਐਡਰੈਸ ਕੱਢ ਕੇ ਮਾਰੇ ਹੋਏ ਨੇ। ਕੀ ਹੋ ਗਿਆ? ਇਹ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹੁਣ ਕੱਲੇ ਨਾਲ ਕੁਝ ਨਹੀਂ ਬਣਨਾ। ਜੇ ਕੋਈ ਮੰਗਦਾ ਰਿਸ਼ਵਤ, ਇਕੱਠੇ ਹੋ ਜਾਓ। ਸਰਕਾਰ ਵੀ ਸਾਥ ਦੇਣ ਵਾਲੀ ਖੜੀ ਹੈ, ਜੇ ਕੋਈ ਜਿੱਦਾਂ ਸਾਥ ਦਿੰਦੀ ਹੈ ਤਾਂ ਇਕੱਠੇ ਹੋਣ ਨਾਲ। ਸਰਕਾਰ ਨੇ ਤਾਂ ਇਹ ਗੱਲ ਕਹਿਤੀ ਨਾ ਕਿ 99% ਸਾਡਾ ਪ੍ਰਸ਼ਾਸਨ ਬਿਲਕੁਲ ਸਹੀ ਹੈ। ਜੇ ਸਹੀ ਹੈ ਫਿਰ ਤੁਸੀਂ ਨੰਬਰ ਕਾਹਨੂੰ ਜਾਰੀ ਕੀਤਾ? ਉਹ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ 99% ਸਾਡਾ ਪ੍ਰਸ਼ਾਸਨ ਸਹੀ ਹੈ। ਨਹੀਂ, ਜੇ ਸਹੀ ਹੈ ਫਿਰ ਤੁਸੀਂ ਨੰਬਰ ਕਿਉਂ ਜਾਰੀ ਕੀਤਾ? 1% ਤਾਂ ਵੈਸੇ ਹੀ ਲੋਕ ਫੜਾ ਦੇਣਗੇ, 1% ਦੇ ਵਿਰੁੱਧ ਥੋੜੀ ਧਰਨੇ ਲੱਗਣਗੇ। ਇੱਕ ਆਟੇ 'ਚ ਲੂਣ ਵੀ ਨਹੀਂ ਕਹਿ ਸਕਦੇ ਆਪਾਂ ਤਾਂ, ਇਹ ਤਾਂ ਜਮਾ ਹੀ ਥੋੜਾ ਹੈ। ਬਿਲਕੁਲ। 1% ਕੀ ਹੈ? ਜੇ 99 ਉਹ ਗਲਤ ਕਹਿ ਗਏ ਮੇਰੇ ਖਿਆਲ, 99% ਕਹਿ ਸਕਦੇ ਸੀ, 1% ਸਹੀ ਹੈ। ਤੁਸੀਂ ਗੱਲ ਇਹ ਹੈ ਨਾ ਪਰਮਿੰਦਰ ਜੀ, ਜਿੱਥੇ ਆਮ ਲੋਕਾਂ ਦੀ ਸਭ ਤੋਂ ਵੱਧ ਲੁੱਟ ਹੁੰਦੀ ਹੈ ਉਹ ਮਾਲ ਮਹਿਕਮਾ ਤੇ ਸਿਹਤ ਸੇਵਾਵਾਂ ਤੇ ਐਜੂਕੇਸ਼ਨ ਹੈ। ਤੁਸੀਂ ਉਹਨਾਂ ਨੂੰ ਬਰੀ ਕਰਤਾ ਫਿਰ ਤਾਂ। ਦੇਖੋ, ਜੇ ਤੁਸੀਂ ਅੱਜ ਵਿਸ਼ਾ ਹੋਰ ਛੇੜ ਲਿਆ, ਮੈਂ ਇਹਦੇ ਤੇ ਬੋਲਣਾ ਇਹ ਚਾਹੁੰਦਾ ਕਿ ਤੁਸੀਂ ਇੱਕ ਸੂਈ ਖਰੀਦਣ ਜਾਂਦੇ ਹੋ, ਉੱਥੋਂ ਚੋਰੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ। ਠੇਕਿਆਂ ਦੇ ਉੱਤੇ ਤੁਹਾਨੂੰ ਲੱਗਦਾ ਕਿ ਤੁਸੀਂ ਠੇਕਿਆਂ, ਸ਼ਰਾਬ ਤਾਂ ਆਮ ਵਿਕਦੀ ਹੈ, ਠੇਕਿਆਂ ਦੇ ਉੱਤੇ ਕਿਹੜਾ ਬੰਦਾ ਜਿਹੜਾ ਵਾਜਬ ਰੇਟ ਨਾਲ ਸ਼ਰਾਬ ਵੇਚ ਰਿਹਾ? ਨਹੀਂ, ਸ਼ਰਾਬੀਆਂ ਦੇ ਸਿਰ ਤੇ ਦੇਸ਼ ਚੱਲਦਾ ਨਾ ਸਾਡਾ। ਸਰਕਾਰ ਤਾਂ ਨਹੀਂ, ਰੇਟ ਤਾਂ ਦੇਣ ਨਾ ਜੀ। ਉੱਥੇ ਲੁੱਟ ਨਹੀਂ ਹੋ ਰਹੀ, ਕਿਹਨੂੰ ਨਹੀਂ ਪਤਾ? ਕਿਹੜੇ ਮੰਤਰੀ ਨੂੰ ਨਹੀਂ ਪਤਾ? ਕਿ ਐਕਸਾਈਜ਼ ਵਾਲਿਆਂ ਨੂੰ ਨਹੀਂ ਪਤਾ? ਜਾਂ ਜਿਹੜੇ ਸਿੰਡੀਕੇਟ ਵਾਲੇ ਨੇ, ਜਾਂ ਠੇਕੇਦਾਰ ਨੇ, ਜਾਂ ਸਰਕਾਰ ਹੈ, ਕੋਈ ਵੀ ਹੈ, ਕਿਸੇ ਨੂੰ ਪਤਾ ਨਹੀਂ ਆ? ਕਿਸ ਨੂੰ ਨਹੀਂ ਪਤਾ? ਆ ਜਿਹੜੇ ਨਜਾਇਜ਼ ਛੋਟੀਆਂ ਗੱਲਾਂ ਕਰ ਰਿਹਾ ਮੈਂ ਜਮਾਂ ਹੀ, ਵੱਡੀਆਂ ਦਾ ਪਰੇ ਬਹੁਤ ਵੱਡੇ ਮਗਰਮੱਛ ਨੇ। ਆ ਜਿਹੜੇ ਤੁਸੀਂ ਸਰਕਾਰੀ ਦਫ਼ਤਰਾਂ ਦੇ ਵਿੱਚ ਲਾਏ ਹੋਏ ਨੇ, ਪਾਰਕਿੰਗ ਠੇਕੇ ਦੇ ਹੋਏ ਨੇ, ਪ੍ਰਾਈਵੇਟ, ਛੋਟੀ ਜੀ ਗੱਲ ਹੈ ਜਮਾਂ ਹੀ। 5 ਰੁਪਏ 7 ਰੁਪਏ ਫੀਸ ਲਿਖਿਆ ਹੁੰਦਾ, ਕੋਈ ਦਿੰਦਾ ਲੈਂਦਾ? ਤੁਸੀਂ ਇਹ ਦੇਖੋ ਨਾ, ਆਹ ਦੇਖੋ ਕਿ ਜਿਹੜੇ ਮਾਲ ਮਹਿਕਮੇ ਨੇ ਪੰਜਾਬ ਦੇ, ਜਾਂ ਫਿਰ ਜੋ ਸਰਕਾਰੀ ਸੰਸਥਾਵਾਂ ਨੇ, ਜਿਵੇਂ ਸਰਕਾਰੀ ਆਪਣੇ ਹਸਪੀਟਲ ਹੋ ਗਏ ਕਿੰਨੇ, ਉਹਨਾਂ ਦੇ ਠੇਕੇ ਪ੍ਰਾਈਵੇਟ ਬੰਦਿਆਂ ਕੋਲ ਹੈ। ਉਹ ਕਿਸੇ ਅਧਿਕਾਰ ਤਹਿਤ ਹੈ, ਪਤਾ ਹੀ ਨਹੀਂ। ਨਹੀਂ, ਪ੍ਰਾਈਵੇਟ ਬੰਦਿਆਂ ਕੋਲ ਨੇ, ਉੱਥੇ ਲੋਕਾਂ ਦੀ ਲੁੱਟ ਕਰੀ ਜਾ ਰਹੀ, ਗਰੀਬ ਲੋਕ ਉੱਥੇ ਜਾ ਰਹੇ ਨੇ। ਇੱਕ ਨੰਬਰ 2 ਹੈਗਾ, ਜਿੰਨੇ ਵੀ ਪ੍ਰਾਈਵੇਟ ਇੰਸਟੀਚਿਊਟ ਨੇ ਸਾਰਿਆਂ ਨੇ ਸਰਕਾਰੀ ਥਾਵਾਂ ਮੱਲੀਆਂ ਹੋਈਆਂ ਨੇ, ਸਰਕਾਰੀ ਸੜਕਾਂ, ਸਰਕਾਰੀ ਪੁਲਾਂ ਦੇ ਥੱਲੇ ਨਜਾਇਜ਼ ਪਾਰਕਿੰਗਾਂ ਫ੍ਰੀ। ਉਹਨਾਂ ਨੂੰ ਨਾ ਕੋਈ ਐਮਸੀ ਪੁੱਛਦਾ, ਨਾ ਕੋਈ ਕਾਰਪੋਰੇਸ਼ਨ ਪੁੱਛਦੀ ਹੈ, ਨਾ ਸਰਕਾਰ ਪੁੱਛਦੀ ਹੈ। ਬੜੇ ਪਟਿਆਲੇ ਦੀ ਗੱਲ ਕਰ ਲਓ, ਸਾਰੀਆਂ ਮੇਨ ਸੜਕਾਂ ਨੇ ਜਿਹੜੀਆਂ, ਉਹਨਾਂ ਦੇ 10-10 15-15 ਫੁੱਟ ਤੱਕ ਸਰਕਾਰੀ ਪ੍ਰਾਈਵੇਟ ਹਸਪਤਾਲਾਂ ਨੇ, ਪ੍ਰਾਈਵੇਟ ਆਫਿਸ ਨੇ, ਆਪਣੀਆਂ ਪਾਰਕਿੰਗਾਂ ਬਣਾਈਆਂ ਹੋਈਆਂ ਨੇ। ਜਦ ਸਰਕਾਰੀ ਬੰਦੇ ਆਮ ਸਰਕਾਰੀ ਦਫ਼ਤਰਾਂ 'ਚ ਜਾਣਾ, ਚਾਹੇ ਉਹ ਲੋਕਲ ਬੰਦਾ, ਚਾਹੇ ਕੋਈ ਬਾਹਰੋਂ ਆਇਆ, ਉਹਨੇ ਜਾ ਕੇ ਪਾਰਕਿੰਗ ਕਰਨੀ ਹੈ, ਚਾਹੇ ਸੈਕਟਰੀਏਟ ਗਿਆ, ਚਾਹੇ ਸਰਕਾਰੀ ਰਜਿੰਦਰਾ ਹਸਪਤਾਲ ਗਿਆ, ਜਾਂ ਕਿਸੇ ਡਾਕਖਾਨੇ ਗਿਆ, ਜਾਂ ਕਿਤੇ ਹੋਰ ਜਿੱਥੇ ਵੀ ਇਹਨਾਂ ਨੇ ਠੇਕੇ ਦੇ ਹੋਏ ਨੇ, ਉਹਨਾਂ 'ਚ ਉਹ ਬੰਦਾ ਫੀਸ ਦੇ ਰਿਹਾ। ਦੱਸੋ, ਉੱਥੇ ਬੰਦਾ ਆਮ ਅਮੀਰ ਬੰਦਾ ਤਾਂ ਫੋਨ ਕਰ ਦਿੰਦਾ ਵੀ ਮੇਰਾ ਕੰਮ ਹੈ ਜੀ,
ਇਹ ਲੈ ਜਾਓ ਘਰੋਂ ਕਾਗਜ਼ ਸਾਈਨ ਕਰਵਾ ਕੇ ਦੇ ਦਿਓ। ਬਿਲਕੁਲ ਠੀਕ ਹੈ, ਲਾਈਨਾਂ 'ਚ ਇਹ ਲੱਗਣ ਵਾਸਤੇ ਖੜਦੇ ਨੇ, ਇਹਨਾਂ ਤੋਂ ਪਾਰਕਿੰਗਾਂ ਲਈਆਂ ਜਾ ਰਹੀਆਂ। ਲੁੱਟ ਤਾਂ ਉੱਥੋਂ ਸ਼ੁਰੂ ਹੋ ਜਾਂਦੀ ਆ। 99% ਕਿਵੇਂ ਠੀਕ ਹੋ ਜਾਊਗਾ? ਨਹੀਂ, ਲੁੱਟ ਤਾਂ ਦੇਖੋ ਛੋਟੇ ਪੱਧਰ ਤੇ ਵੀ ਲੁੱਟ ਹੈ ਤੇ ਵੱਡੇ ਪੱਧਰ ਤੇ ਵੀ ਲੁੱਟ ਹੈ। ਹੁਣ ਕੇਂਦਰ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਤੁਸੀਂ ਸਾਡੇ ਵਾਲਾ ਕੋਲਾ ਖਰੀਦੋ, ਜੋ ਮੇਨ ਕੋਲਾ ਪੰਜਾਬ ਨੂੰ, ਜੇਕਰ ਤੁਸੀਂ ਨਹੀਂ ਖਰੀਦਦੇ ਤਾਂ ਤੁਹਾਡੇ ਕੋਲ ਕੋਲਾ ਹੈ ਨਹੀਂ, ਅਸੀਂ ਫਿਰ ਤੁਹਾਨੂੰ ਤੁਹਾਡੀ ਬਲੈਕ ਆਊਟ ਹੋ ਜਾਊਗਾ, ਤੁਸੀਂ ਅਸੀਂ ਕੀ ਕਰੀਏ? ਇਹਨਾਂ ਨੇ ਕਰਨਾ ਹੀ ਆ ਬਲੈਕ ਆਊਟ। ਜਦੋਂ ਇਹਨਾਂ ਨੇ ਕਾਰਪੋਰੇਟਾਂ ਨੂੰ ਦੇਣਾ ਹੈ, ਪੰਜਾਬ ਦਾ ਮੂਹਰੇ ਰੱਖਿਆ ਹੋਇਆ ਕਿ ਪੰਜਾਬ ਨੂੰ ਕਿਵੇਂ ਇਹਨਾਂ ਨੇ ਡੰਗਣਾ, ਉਹ ਰੱਖਿਆ ਹੋਇਆ। ਉਹ ਕਹਿੰਦੇ ਕਿ ਸਾਡਾ ਕੋਲਾ, ਅਸੀਂ ਕਾਰਪੋਰੇਟਾਂ ਦਾ ਕੋਲਾ ਤੁਹਾਡੇ ਤੋਂ ਹੀ ਖਰੀਦਣ ਤੁਹਾਨੂੰ ਲਾਵਾਂਗੇ, ਤੁਸੀਂ ਉਹ ਪੈਸਾ ਦਓਗੇ ਉਹਨਾਂ ਨੂੰ। ਉਹ ਐਂ ਕਰਦਾ। ਇਹ ਹੁਣ ਸਰਕਾਰ ਨੂੰ ਚਾਹੀਦਾ, ਪੰਜਾਬ ਸਰਕਾਰ ਨੂੰ, ਕਿ ਜਿਹੜੀ ਸੌਰ ਊਰਜਾ ਹੈਗੇ ਆ ਉਹਦੇ ਵੱਧ ਤੋਂ ਵੱਧ ਪਲਾਂਟ ਲਵਾਏ ਜਾਣ, ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ, ਸਬਸਿਡੀਆਂ ਵੱਧ ਦੇ ਦਿਓ। ਇੱਕ ਤਾਂ ਤੁਹਾਡੇ ਕੋਲ ਪ੍ਰੋਡਕਸ਼ਨ ਵਧੂਗੀ ਜਿਹੜੀ ਦੂਜੀ ਬਿਜਲੀ ਦੀ ਹੈ, ਦੂਜੀ ਲੋਕਾਂ ਦੇ ਬਿੱਲ ਵੀ ਘਟਣੇ ਨੇ। ਠੀਕ ਹੈ, ਤੁਸੀਂ ਸਾਰੀਆਂ, ਮੈਂ ਕਿਸੇ ਟਾਈਮ ਗੱਲ ਕੀਤੀ ਸੀ ਜਦੋਂ ਮੈਂ ਫੀਲਡ 'ਚ ਕੰਮ ਕਰਦਾ ਸੀ, ਮੈਂ ਪੰਜਾਬ ਦੇ CM ਸੀਗੇ ਤੇ ਉਹਨਾਂ ਨਾਲ ਗੱਲ ਕਰੀ ਸੀ। ਮੈਂ ਉਹਨਾਂ ਨੂੰ ਪ੍ਰੈਸ ਕਾਨਫਰੰਸ ਚੱਲਦੇ ਕਿਹਾ ਸੀ ਵੀ ਜਿੰਨੀਆਂ ਵੀ ਸਰਕਾਰੀ ਬਿਲਡਿੰਗਾਂ ਨੇ, ਚਾਹੇ ਸਰਕਾਰੀ ਹਸਪਤਾਲ ਨੇ, ਚਾਹੇ ਥਾਣੇ ਨੇ, ਚਾਹੇ DC ਦਫ਼ਤਰ ਨੇ, ਚਾਹੇ DC ਆਫਿਸ ਨੇ, SSP ਦੇ ਨੇ, ਸਾਰੇ ਨੇ, ਜਿੰਨੇ ਵੀ ਸਾਰੇ ਸਰਕਾਰੀ ਕੁਆਟਰ ਜੋ ਵੀ, ਸਾਰੇ ਤੇ ਸੌਰ ਊਰਜਾ ਪਲਾਂਟ ਕਿਉਂ ਨਹੀਂ ਲਾਉਂਦੇ? ਸਾਰਿਆਂ ਤੇ ਸੌਰ ਊਰਜਾ ਪਲਾਂਟ ਲਾਓ ਜੀ, ਕਿਉਂ ਨਹੀਂ ਲਾਉਂਦੇ ਤੁਸੀਂ ਉਹਨਾਂ ਤੇ? ਉਹਨਾਂ ਦੇ ਬਿਜਲੀ ਦੇ ਬਿੱਲ ਵੀ ਤਾਂ ਭਰਦੇ ਹੋ ਖਜ਼ਾਨੇ ਚੋਂ। ਤੁਸੀਂ ਤਰਤੀਬ ਬਾਰ ਲਾ ਦਿਓ ਵੀ ਹਰ ਸਾਲ ਇੰਨੇ ਕਵਰ ਕਰਨੇ ਨੇ ਅਸੀਂ। ਪਹਿਲਾਂ ਵੱਡੇ ਕਵਰ ਕਰ ਲਓ, ਉਸ ਤੋਂ ਬਾਅਦ ਛੋਟਿਆਂ ਨੂੰ ਕਵਰ ਕਰ ਦਿਓ, ਫਿਰ ਸਬਸਿਡੀਆਂ ਦਿਓ। ਕਿੰਨਾ ਕੁ ਪੈਸਾ ਲਾ ਦੂ? ਕਰੋੜਾਂ ਰੁਪਇਆ ਤਾਂ ਬਿਜਲੀ ਦਾ ਬਿੱਲ ਭਰਦੇ ਹੋ। ਜਿਨ੍ਹਾਂ ਦੇ ਹੱਥਾਂ 'ਚ ਪਾਵਰ ਕੌਮੇ ਪਰਮਿੰਦਰ ਜੀ ਲੱਗਣ ਦੇ ਦੇਣਗੇ? ਸਰਕਾਰ ਦੀ ਮਰਜ਼ੀ ਹੈ ਨਾ, ਜਾਂ ਫਿਰ ਕਹੋ ਕਿ ਸਰਕਾਰ ਕਾਰਪੋਰੇਟਾਂ ਦੀ ਹੈ, ਮੰਨੋ। ਉਹ ਤਾਂ ਦੇਖੋ ਕਹਿੰਦੇ ਨਹੀਂ ਕਿ ਸਰਕਾਰ ਹੈਗੀ, ਚਲਾਉਂਦੇ ਤਾਂ ਉਹੀ ਨੇ। ਮੰਨੋ ਨਾ, ਮੰਨਣ, ਫਿਰ ਸਾਹਮਣੇ ਆ ਕੇ ਮੰਨੋ, ਫਿਰ ਨਹੀਂ ਫਿਰ ਲਵਾਓ, ਕੰਮ ਕਰਾਓ ਲੋਕਾਂ ਦੇ। ਜੇ ਇੰਨੀਆਂ ਚੀਜ਼ਾਂ ਤੇ ਹੀ ਲੱਗ ਜਾਣ, ਠੀਕ ਹੈ, ਇੱਕ ਤਾਂ ਬਿਜਲੀ ਦੀ ਜਿਹੜੀ ਪੈਦਾਵਾਰ ਆ ਉਹ ਪ੍ਰਭਾਵਿਤ ਹੋਣ ਬਚ ਜੂਗੀ। ਕੋਲਾ ਤੁਹਾਡਾ ਬਚੂਗਾ, ਤੁਸੀਂ ਕੋਲੇ ਤੇ ਇੰਨਾ ਪੈਸਾ ਖਰਚਦੇ ਹੋ, ਬਿਜਲੀ ਦੂਜੀਆਂ ਸਟੇਟਾਂ ਨੂੰ ਵੇਚਣ ਚੱਲੀ, ਤੁਸੀਂ ਸਰਪਲਸ, ਤੁਹਾਡੇ ਕੋਲ ਪੈਸੇ ਹੀ ਹੋ ਜਾਣਗੇ। ਹੋਰ ਪਲਾਂਟਸ ਬਥੇਰੇ ਨੇ, ਪਰਾਲੀ ਤੋਂ ਲਾ ਲਓ। ਪਰਾਲੀ ਵਾਲੇ ਤਾਂ ਜ਼ਿਆਦਾਤਰ ਬੰਦ ਕਰਤੇ ਆ, ਆਪਣੇ ਕੈਨੇਡਾ ਲੱਗਿਆ ਹੋਇਆ ਸੀ, ਇਹ ਬੰਦ ਕਰ ਗਈ ਸਰਕਾਰ। ਉਹਦੇ ਘਨੌਰ ਦੇ ਨੇੜੇ ਇੱਕ ਲਾਇਆ ਸੀਗਾ, ਬੰਦ ਕਰਕੇ ਨੇ ਕਰਿਆ ਸੀ ਉਦਘਾਟਨ ਇੱਕ ਵਾਰ। ਬਿਲਕੁਲ, ਚੱਲਿਆ ਕਦੋਂ ਮਸ਼ੀਨਰੀ ਵੀ, ਕਹਿੰਦੇ ਕੋਈ MLA ਦਾ ਖਾਸ ਬੰਦਾ ਸੀ, ਉਹ ਚੱਕ ਲਿਆ। ਮਸ਼ੀਨਰੀ ਤਾਂ ਚੋਰੀ ਕਰਕੇ ਵੇਚਤੀ ਉਹਨਾਂ ਨੇ। ਹਾਂ, ਉਹ ਕਹਿੰਦੇ ਕਿਹੜਾ ਲੋੜ ਹੈ ਦੀ ਹੁਣ ਕੋਈ। ਹਾਂਜੀ ਹਾਂ, ਤੇ ਉਹ ਚੀਜ਼ਾਂ ਨੂੰ ਕਿਉਂ ਨਹੀਂ ਦੇਖਦੇ? ਇਹ ਕਾਰਨ ਇਹੀ ਹੈ ਕਿ ਰਲੇ ਮਿਲੇ ਨੇ, ਕੁੱਤੀ ਚੋਰਨ ਨਾਲ ਮਿਲੀ ਹੋਈ ਆ। ਠੀਕ ਹੈ, ਜਾਂ ਕਹਿ ਲਓ ਕਿ ਅੰਨੀ ਪੀੜੀ ਹੈ, ਕੁੱਤੇ ਚੱਟ ਰਹੇ ਨੇ ਬਸ। ਜਦੋਂ ਭਾਜਪਾ ਦੀ ਗੱਲ ਕਰਦੇ ਹਾਂ ਅਸੀਂ ਹੁਣ, ਕਾਂਗਰਸ ਪਾਰਟੀ ਸੋਚਦੀ ਹੈ ਕਿ ਲੰਮਾ ਸਮਾਂ ਹੋ ਗਿਆ ਇਹਨੂੰ ਰਾਜ ਕਰਦਿਆਂ ਨੂੰ, ਹੋ ਸਕਦਾ ਕਿ ਇਹ ਲਾਂਭੇ ਹੋ ਜਾਣ, ਪਰ ਪ੍ਰਸ਼ਾਂਤ ਕਿਸ਼ੋਰ ਫਿਰ ਦਿਲ ਤੋੜ ਜਾਂਦਾ ਕਿ ਉਹ ਕਹਿੰਦੇ ਕਿ ਹੋ ਸਕਦਾ ਨਰਿੰਦਰ ਮੋਦੀ ਲਾਂਭੇ ਹੋ ਜਾਣ, ਪਰ ਭਾਜਪਾ ਸੱਤਾ ਤੋਂ ਬਾਹਰ ਜਾਣ ਵਾਲੀ ਨਹੀਂ। ਦੂਜਾ, ਉਹ ਆਮ ਆਦਮੀ ਪਾਰਟੀ ਨੂੰ ਕਹਿੰਦੇ ਕਿ ਇਹ ਨੈਸ਼ਨਲ ਪਾਰਟੀ ਬਣ ਨਹੀਂ ਪਾਊਗੀ, ਜਿਵੇਂ ਸੋਚਦੀ ਹੈ ਕਿ ਕੌਮੀ ਪੱਧਰ ਤੇ ਅਸੀਂ ਵਿਚਰਾਂਗੇ ਦੇਸ਼ ਤੌਰ ਤੇ। ਨਹੀਂ, ਪਹਿਲੀ ਤਾਂ ਗੱਲ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਇਸ ਤਰ੍ਹਾਂ ਦੇ ਬਿਆਨ ਦੇਣ ਦੀ ਲੋੜ ਕੀ ਆ? ਪਹਿਲੀ ਗੱਲ ਤਾਂ ਇਹ ਆ ਜੀ, ਕੋਈ ਵੀ ਪਾਰਟੀ ਹੈ, ਜਾਂ ਤਾਂ ਆਪਣੇ ਆਪ ਨੂੰ ਕਹਿਣ ਕਿ ਮੈਂ ਫਲਾਣੀ ਪਾਰਟੀ ਦੇ ਪੱਖ 'ਚ ਆ, ਮੈਂ ਇਹ ਬਿਆਨ ਦੇ ਰਿਹਾ। ਸਲਾਹਕਾਰ ਆ ਲੈਂਦਾ ਉਹ। ਮੈਂ ਗੱਲ ਕਰਦਾ ਕਿ ਨਾਲੇ ਤਾਂ ਪਾਸੇ ਹਟ ਗਿਆ ਨਾ, ਲਾਂਭੇ ਹੋ ਗਿਆ। ਹੁਣ ਤਾਂ ਕਹਿੰਦਾ ਮੈਂ ਸਿਆਸਤ ਦੇ ਵਿੱਚ ਸਰਗਰਮ, ਸਿਆਸਤ ਦੇ ਵਿੱਚ ਮੈਂ ਇਦਾਂ ਦਾ ਸਲਾਹਕਾਰ ਦੇ ਤੌਰ ਤੇ ਵਿਚਰਨਾ ਨਹੀਂ, ਮੇਰੀ ਟੀਮ ਹੈ ਜਿਹੜੀ ਉਹ ਵਿਚਰੂਗੀ। ਅਲੱਗ ਹੋ ਗਿਆ ਉਹ ਤਾਂ। ਦੋ ਉਹਨਾਂ ਦੇ ਐਕਸਪੀਰੀਅੰਸ ਫੇਲ ਹੋ ਗਏ, ਉਹਨਾਂ ਨੂੰ ਇਹ ਲੱਗਿਆ ਕਿ ਮੈਂ ਆਪਣੀ ਹੁਣ ਬਦਨਾਮੀ। ਤੇ ਫਿਰ ਹੁਣ ਤੀਜਾ ਜਿਹੜਾ ਦਈ ਜਾਂਦਾ ਬਿਆਨ, ਇਹ ਕਿਹੜਾ ਪਾਸ ਹੀ ਹੋਣਾ ਹੈ? ਇਹ ਤੁਸੀਂ ਲੋਕਾਂ ਦੀ ਮਤ ਦਾ ਤੁਸੀਂ ਕਿਵੇਂ ਠੇਕਾ ਲਿਆ ਹੋਇਆ, ਮੈਨੂੰ ਸਮਝ ਨਹੀਂ ਆਉਂਦੀ। ਇਹ ਲੋਕਾਂ ਦੇ ਹੱਥ ਹੁੰਦਾ ਹੈ। ਨਹੀਂ, ਲੋਕਾਂ ਦੀ ਮਤ ਦਾ ਪਰਮਿੰਦਰ ਜੀ ਦੇਖੋ ਏਦਾਂ ਨਾ ਕਿ ਸਰਕਾਰ ਨੂੰ ਪਤਾ, ਜੇ ਅਸੀਂ ਲੋਕਾਂ ਨੂੰ ਕਵਾਂਗੇ ਤੁਹਾਨੂੰ ਅਸੀਂ 5 ਕਿਲੋ ਚੌਲ ਦੇਵਾਂਗੇ, ਵੀ ਲੋਕ ਕਿਤੇ ਨਾ ਕਿਤੇ ਮੰਨ ਜਾਣਗੇ। ਅਗਲਾ ਕਹਿ ਦੂਗਾ ਤੁਸੀਂ 8 ਕਰ ਦਿਓ। ਮਤ ਤਾਂ ਲੋਕਾਂ ਨੇ ਆਪੇ ਹੱਥਾਂ 'ਚ ਫੜਾਤੀ ਨਾ। ਨਹੀਂ, ਉਹ ਗੱਲ ਵੱਖਰੀ ਹੈ, ਪਰ ਮੈਂ ਇਹ ਗੱਲ ਕਰਦਾ ਕਿ ਚਾਹੇ ਲੋਕਾਂ ਨੇ ਹੱਥਾਂ 'ਚ ਫੜਾਈ ਹੈ, ਚਾਹੇ ਨਹੀਂ ਫੜਾਈ, ਗੱਲ ਤਾਂ ਵੋਟਿੰਗ ਮਸ਼ੀਨ ਤੱਕ ਜਾਂ ਵੋਟ ਪਾਉਣ ਤੱਕ ਦੀ, ਉੱਥੇ ਲੋਕਾਂ ਨੇ ਆਪਣੀ ਮਤ ਤਾਂ ਇਸਤੇਮਾਲ ਕਰਨੀ ਹੀ ਹੁੰਦੀ ਹੈ। ਮੈਂ 75% ਦੀ ਮੰਨਦਾ ਇਸ ਗੱਲ ਨੂੰ ਕਿ ਉਹ ਆਪਣੀ ਮਤ ਉੱਥੇ ਇਸਤੇਮਾਲ ਕਰ ਲੈਂਦੇ ਨੇ। ਬਾਕੀ ਜਿੰਨੀ ਕੁ ਫੀਸਦ ਵੋਟ ਪੈਂਦੀ ਉਹਦਾ 100% ਮੰਨ ਕੇ ਆਪਾਂ ਕਰੀਏ ਤਾਂ 25% ਜਿਹੜੇ ਲੋਕ ਹੁੰਦੇ ਨੇ ਉਹ ਵੀ ਬਕਾਊ ਵਾਲੇ ਹੁੰਦੇ ਨੇ। ਠੀਕ ਹੈ, ਪਰ ਏਦਾਂ ਵੀ ਹੁੰਦਾ ਨਾ ਪਰਮਿੰਦਰ ਜੀ, ਤੁਸੀਂ ਦੇਖੋ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਪੰਜਾਬ ਦੇ ਲੋਕਾਂ ਨੂੰ ਕਿ ਜੇਕਰ ਮੇਰੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਮੈਂ ਕਰਜ਼ੇ ਤੇ ਲੀਕ ਮਾਰ ਦੂੰਗਾ। ਸਾਰੇ ਪੰਜਾਬ ਨੇ ਇਹ ਗੱਲ ਸੋਚੀ ਕਿ ਹੋ ਸਕਦਾ ਕੈਪਟਨ ਅਮਰਿੰਦਰ ਸਿੰਘ ਨੇ ਜਿਵੇਂ ਪਾਣੀਆਂ ਦਾ ਫੈਸਲਾ ਲਿਆ ਸੀ, ਕਰਜ਼ੇ ਸੰਬੰਧੀ ਫੈਸਲਾ ਲੈ ਰਹਿਣ, ਵੋਟ ਪਾ ਦਿਓ। ਸਾਰੀ ਪੰਜਾਬ ਨੇ ਵੋਟ ਪਾਤੀ, 78 ਸੀਟਾਂ ਉਹਨਾਂ ਨੂੰ ਆ ਗਈਆਂ, ਉਹ ਮੁੱਖ ਮੰਤਰੀ ਬਣ ਗਏ। ਇਦਾਂ ਕਰਕੇ ਲੋਕਾਂ ਦੀ ਲੋੜਾਂ ਦਾ ਫਾਇਦਾ ਚੁੱਕਿਆ ਜਾਂਦਾ ਨਾ। ਉਹ ਤਾਂ ਗੱਲ ਸਹੀ ਹੈ ਤੁਹਾਡੀ, ਪਰ ਜਿਹੜੀ ਮੈਂ ਗੱਲ ਕਰ ਰਿਹਾ ਉਹ ਹੈਗਾ ਪ੍ਰਸ਼ਾਂਤ ਕਿਸ਼ੋਰ ਦਾ ਇਹ ਬਿਆਨ
ਇਹ ਬਿਆਨ ਕਿੰਨਾ ਕੁ ਮਾਇਨੇ ਰੱਖਦਾ, ਕਿਉਂ ਦਿੱਤਾ ਹੈ, ਇਹ ਗੱਲਾਂ ਮੈਂ ਸੋਚਦਾ ਕਿ ਇਹ ਗੱਲਾਂ ਸਿਰਫ ਤੇ ਸਿਰਫ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਹੋ ਸਕਦੀਆਂ ਨੇ, ਆਪਣੀ ਥਾਂ ਬਣਾਈ ਰੱਖਣ ਲਈ ਹੋ ਸਕਦੀਆਂ ਨੇ, ਆਪਣੀ ਪੋਜੀਸ਼ਨ ਦਿਖਾਉਣ ਲਈ ਹੋ ਸਕਦੀਆਂ ਨੇ, ਪਰ ਇਹਨਾਂ ਦਾ ਆਮ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਜਾਂ ਆਮ ਰਾਜਨੀਤੀ ਦੇ ਉੱਤੇ ਕੋਈ ਫਰਕ ਨਹੀਂ ਪੈਣ ਲੱਗਿਆ। ਇਹ ਹੋ ਸਕਦਾ ਕਿਸੇ ਨੇ ਬਿਆਨ ਦਵਾਇਆ ਹੋਵੇ, ਕਿਉਂਕਿ ਪੈਸੇ ਦੀ ਖੇਡ ਹੈ। ਪ੍ਰਸ਼ਾਂਤ ਕਿਸ਼ੋਰ ਪੈਸੇ ਦੀ ਖੇਡ ਹੈ। ਪ੍ਰਸ਼ਾਂਤ ਕਿਸ਼ੋਰ ਕੋਈ ਬਹੁਤ ਵੱਡਾ ਕੋਈ ਇਹ ਕਹਿ ਲਓ ਕਿ ਪਰਮਾਤਮਾ ਦਾ ਭੇਜਿਆ ਦੂਤ ਨਹੀਂ ਹੈਗਾ, ਜੇ ਲੋਕ ਨੇ ਕਹਿਣਾ ਉਹੀ ਹੋਣਾ। ਉਹ ਪੈਸੇ ਦੀ ਖੇਡ ਹੈ, ਉਹਨੂੰ ਪਤਾ ਮੈਂ ਪੈਸਾ ਕਿੱਥੋਂ ਕਮਾਣਾ, ਕਿਵੇਂ ਕਮਾਣਾ, ਤੇ ਕੀ ਬਿਆਨ ਮੇਰਾ ਪੈਸਾ ਦਵਾਊਗਾ ਮੈਨੂੰ, ਕਿਹੜਾ ਬਿਆਨ ਮੇਰਾ ਪਿੱਛੇ ਲੈ ਕੇ ਜਾਊਗਾ ਮੇਰੇ ਲਈ। ਉਹ ਉਸ ਹਿਸਾਬ ਨਾਲ ਬਿਆਨ ਦਿੰਦਾ ਹੈ। ਉਹਨੇ ਦੇਖਿਆ ਕਿ ਉੱਤਰ ਪ੍ਰਦੇਸ਼ ਦੇ ਵਿੱਚ ਬੀਜੇਪੀ ਆ ਗਈ, ਉਹਨੇ ਇਦਾਂ ਦਾ ਬਿਆਨ ਦਾਗਦਾ ਹੋਊਗਾ, ਜਾਂ ਉਹਦੇ ਪਿੱਛੇ ਹੋ ਸਕਦਾ ਕੋਈ ਇਦਾਂ ਦੀ ਪਾਵਰ ਹੋਵੇ ਜਿਹਦੇ ਨਾਲ ਉਹਨੂੰ ਫਾਇਦਾ ਹੋ ਰਿਹਾ ਹੋਵੇ ਕੋਈ, ਤਾਂ ਉਹਨੇ ਉਹਦੇ ਪੱਖ 'ਚ ਬਿਆਨ ਦਿੱਤਾ। ਇਹ ਗੱਲ ਇਹ ਜ਼ਰੂਰੀ ਥੋੜੀ ਹੈ ਕਿ ਆਮ ਆਦਮੀ ਪਾਰਟੀ ਕੌਮੀ ਪਾਰਟੀ ਬਣ ਸਕਦੀ ਹੈ। ਇਹ ਵੀ ਕੋਈ ਜ਼ਰੂਰੀ ਨਹੀਂ ਕਿ ਸੱਤਾ ਤੇ ਕੋਈ ਕਿਵੇਂ ਦੱਸ ਸਕਦਾ, ਮੇਨ ਗੱਲ ਤਾਂ ਇਹ ਹੈ ਕਿ ਇਹ ਗੱਲ ਕਿਵੇਂ ਦੱਸ ਸਕਦਾ। ਹਾਂ, ਇਹ ਗੱਲ ਬਿਲਕੁਲ ਮੇਰੇ ਖਿਆਲ ਮੰਨਣਯੋਗ ਨਹੀਂ ਹੈ। ਕੋਈ ਵੀ ਪਾਰਟੀ ਦੇ ਪੱਖ 'ਚ ਲੋਕ ਉੱਭਰ ਸਕਦੇ ਨੇ। ਹੋ ਸਕਦਾ ਕੱਲ ਨੂੰ ਕੋਈ ਕਿਸਾਨ ਆ ਕੋਈ ਕਹਦੇ ਕਿ ਭਾਈ ਮੈਂ ਖੜ ਰਿਹਾ ਹਾਂ ਤੇ ਪੂਰਾ ਦੇਸ਼ ਕਿਸਾਨਾਂ ਦਾ। ਪ੍ਰਸ਼ਾਂਤ ਕਿਸ਼ੋਰ ਨੇ ਤਾਂ ਉੱਤਰ ਪ੍ਰਦੇਸ਼ ਦਾ ਵੀ ਠੇਕਾ ਲਿਆ ਸੀ ਕਾਂਗਰਸ ਨੂੰ ਜਿਤਾਉਣ ਦਾ, ਪਰ ਹਾਰ ਗਈ। ਉਹੀ ਗੱਲ ਹੈ ਵੈਸੇ, ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਕਿ ਇਹਨਾਂ ਦੇ ਪਿੱਛੇ ਗੇਮ ਕੋਈ ਹੋਰ ਹੁੰਦੀ ਹੈ, ਉਹਦਾ ਫਾਇਦਾ ਲੈਣ ਵਾਸਤੇ ਇਦਾਂ ਦੇ ਬਿਆਨ ਦਿੰਦੇ ਆ। ਸ਼ੁਕਰੀਆ ਪਰਮਿੰਦਰ ਜੀ, ਖਬਰਾਂ ਦੇ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਧੰਨਵਾਦ। ਸ਼ੁਕਰੀਆ ਜੀ, ਧੰਨਵਾਦ। ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ ਤੇ। ਧੰਨਵਾਦ।